ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਇਸ ਇੰਸਟਾਗ੍ਰਾਮ ਲਾਈਵ ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ। ਇਸ ਗੱਲਬਾਤ ਦੇ ਵਿੱਚ ਮੈਂ ਸਰਦਾਰ ਪ੍ਰਭ ਸ਼ਰਨਵੀਰ ਸਿੰਘ ਹੁਣਾਂ ਨੂੰ ਸ਼ਾਮਲ ਕਰਨ ਜਾ ਰਿਹਾ। ਗੱਲਬਾਤ ਦਾ ਵਿਸ਼ਾ ਵਾ ਕਿ ਆਪਾਂ ਸਾਰੇ ਜਾਣਦੇ ਹਾਂ ਕਿ ਲੰਘੇ ਕੱਲ ਦੀਪ ਸਿੱਧੂ ਦੀ ਜਿਹੜੀ ਗ੍ਰਿਫਤਾਰੀ ਹੋਈ ਆ, ਉਸ ਤੋਂ ਬਾਅਦ ਦੀਪ ਸਿੱਧੂ ਦਾ ਰਿਮਾਂਡ ਜਿਹੜਾ 7 ਦਿਨ ਦਾ ਦਿੱਲੀ ਪੁਲਿਸ ਨੇ ਅਦਾਲਤ ਤੋਂ ਹਾਸਲ ਕੀਤਾ। ਇਸ ਟਾਈਮ ਦੀਪ ਸਿੱਧੂ ਪੁਲਿਸ ਦੇ ਜਿਹੜਾ ਕਸਟਡੀ ਦੇ ਵਿੱਚ ਆ। ਸੋ ਸਰਦਾਰ ਪ੍ਰਭ ਸ਼ਰਨਵੀਰ ਸਿੰਘ ਇੱਥੇ ਜੁੜੇ ਆ ਤੇ ਲਾਈਵ ਦੇ ਵਿੱਚ ਸ਼ਾਮਲ ਕਰ ਰਹੇ ਹਾਂ। ਵਿਚਾਰਾਂ ਕਰਨੀਆਂ ਕਿ ਭਵਿੱਖ ਦੀ ਰਣਨੀਤੀ ਬਾਰੇ ਕਿ ਦੀਪ ਸਿੱਧੂ ਦੀ ਗ੍ਰਿਫਤਾਰੀ ਤਾਂ ਹੋ ਗਈ ਆ ਤੇ ਹੁਣ ਅੱਗੇ ਗੱਲ ਕਿਵੇਂ ਚੱਲੇ। ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ, ਗੱਲਬਾਤ ਦਾ ਆਪਣਾ ਵਿਸ਼ਾ ਇਹੀ ਆ ਕਿ ਦੀਪ ਸਿੱਧੂ ਦੀ ਗ੍ਰਿਫਤਾਰੀ ਤੋਂ ਬਾਅਦ ਰਣਨੀਤੀ ਕੀ ਹੋਵੇ। ਖਾਸ ਤੌਰ ਤੇ ਇਸ ਰਣਨੀਤੀ ਨੂੰ ਆਪਾਂ ਕਿਸਾਨ ਸੰਘਰਸ਼ ਦੇ ਰੂਪ ਚ ਵੀ ਕਹਿ ਰਹੇ ਹਾਂ ਤੇ ਕੁੱਲ ਮਿਲਾ ਕੇ ਜਿਹੜਾ ਪੰਜਾਬ ਦੇ ਵਿੱਚ ਯੂਥ ਵਸਦਾ, ਕਿਉਂਕਿ ਯੂਥ ਨੇ ਬਹੁਤ ਨੌਜਵਾਨੀ ਨੇ ਤਰਜੀਹ ਦਿੱਤੀ ਆ ਦੀਪ ਸਿੱਧੂ ਦੇ ਵਿਚਾਰਾਂ ਨੂੰ ਵੀ, ਉਸ ਨੂੰ ਸੁਣਿਆ। ਤੇ ਅਗਲੀ ਗੱਲ ਹੁਣ ਆਪਾਂ ਇੱਥੋਂ ਹੀ ਸ਼ੁਰੂ ਕਰੀਏ ਕਿ ਦੀਪ ਸਿੱਧੂ ਦੀ ਜਿਹੜੀ ਗ੍ਰਿਫਤਾਰੀ ਆ, ਆਪਾਂ ਸਾਰੇ ਜਾਣਦੇ ਹਾਂ ਕਿ ਇਹ ਅਯੋਗ ਆ, ਮੁਕੱਦਮਾ ਬਣਦਾ ਨਹੀਂ ਜਿਹੜਾ ਬਣਾ ਦਿੱਤਾ ਗਿਆ। ਤੇ ਹੁਣ ਹੋਵੇ ਕੀ, ਅਗਲੀ ਗੱਲ ਕੀ ਹੋਵੇ। ਦੇਖੋ ਜੀ, ਪਹਿਲੀ ਗੱਲ ਤਾਂ ਇਹ ਹੈ ਕਿ ਹਰ ਜਿਹੜਾ ਚੈਲੰਜ ਹੈ, ਹਰ ਜਿਹੜੀ ਚੁਣੌਤੀ ਹੈ, ਉਹ ਯੋਧਿਆਂ ਲਈ ਮੌਕਾ ਬਣ ਕੇ ਆਉਂਦੀ ਆ। ਉਹ ਉਹਨਾਂ ਨੂੰ ਹੋਰ ਨਿਖਰਨ ਦਾ ਮੌਕਾ ਪ੍ਰਦਾਨ ਕਰਦੀ ਹੈ। ਜਿਵੇਂ ਅਸੀਂ ਕਹਿੰਦੇ ਆ ਕਿ ਸੋਨਾ ਜਿਹੜਾ ਉਹ ਅੱਗ ਦੇ ਵਿੱਚ ਸੜ ਕੇ ਹੀ ਕੁੰਦਨ ਬਣਦਾ, ਅੱਗ ਦੇ ਵਿੱਚ ਸੜ ਕੇ ਹੀ ਉਹ ਸ਼ੁੱਧ ਹੁੰਦਾ। ਉਸੇ ਤਰ੍ਹਾਂ ਯੋਧੇ ਆ ਜਿਹੜੇ ਉਹ ਜੇਲ੍ਹਾਂ ਦੇ ਵਿੱਚ ਤਸੀਹੇ ਝੱਲ ਕੇ ਹੀ ਹੋਰ ਮਜ਼ਬੂਤ ਬਣਦੇ ਆ ਤੇ ਇਤਿਹਾਸ ਦੀ ਸਿਰਜਣਾ ਕਰਦੇ ਆ। ਸੋ ਇਹਨੂੰ, ਕਿਉਂਕਿ ਸਾਡੀ ਰਵਾਇਤ ਇਹ ਹੈ ਕਿ ਜਿਹੜੀ ਵਿਕਟੀਮਾਈਜੇਸ਼ਨ ਹੈ, ਕਿ ਵਿਕਟਿਮ ਬਣਾ ਕੇ ਆਪਦੇ ਆਪ ਨੂੰ ਦੱਸਣਾ, ਉਹ ਨਹੀਂ ਰਹੀ ਇਤਿਹਾਸ ਦੇ ਵਿੱਚ। ਸਾਡੀ ਰਵਾਇਤ ਇਹੀ ਰਹੀ ਹੈ ਕਿ ਜਦੋਂ ਵੀ ਕੋਈ ਚੁਣੌਤੀ ਆਉਂਦੀ ਹੈ, ਭਾਵੇਂ ਤਸੀਹੇ ਝੱਲਣੇ ਪੈਂਦੇ ਆ, ਉਹ ਸਿਦਕ ਨਾਲ ਝੱਲੇ ਜਾਂਦੇ ਆ ਤੇ ਉਹਨਾਂ ਨੂੰ ਯਾਦ ਵੀ ਮਾਣ ਨਾਲ ਕੀਤਾ ਜਾਂਦਾ। ਸੋ ਪਹਿਲੀ ਗੱਲ ਤਾਂ ਸਾਨੂੰ ਇਹ ਯਾਦ ਰੱਖਣੀ ਚਾਹੀਦੀ ਹੈ। ਠੀਕ ਹੈ। ਤੇ ਇਸ ਤੋਂ ਅੱਗੇ ਜਿਹੜੀ ਪੰਜਾਬ ਦੀ ਨੌਜਵਾਨੀ ਆ, ਅਸਾਂ ਜੇ ਉਹਨਾਂ ਨੂੰ ਸਿੱਧਾ ਐਡਰੈਸ ਹੋਣਾ ਹੋਵੇ ਤੇ ਪੰਜਾਬ ਦੀ ਨੌਜਵਾਨੀ ਕਿਹੜੀ ਜ਼ਿੰਮੇਵਾਰੀ ਇਸ ਵੇਲੇ ਸਾਂਭੇ। ਪੰਜਾਬ ਦੀ ਨੌਜਵਾਨੀ ਦੀ ਜ਼ਿੰਮੇਵਾਰੀ ਆ ਜਿਹੜੀ, ਉਹ ਜੀ ਬਹੁਤ ਲੰਮੇ ਸਮੇਂ ਤੋਂ ਨਿਰਧਾਰਿਤ ਹੋ ਚੁੱਕੀ ਹੈ, ਸਨ 1984 ਤੋਂ। ਉਸੇ ਹੀ ਜ਼ਿੰਮੇਵਾਰੀ ਨੂੰ ਪੰਜਾਬ ਦੀ ਨੌਜਵਾਨੀ ਨੂੰ ਸਾਹਮਣਾ ਪੈਣਾ। ਮਸਲਾ ਇਹ ਆ ਕਿ ਅਸੀਂ ਜੋ ਕੁਝ ਕਰੀਏ ਉਹ ਕਿਵੇਂ ਕਰੀਏ ਜੀ, ਕੀ ਢੰਗ ਤਰੀਕੇ ਅਪਣਾਈਏ, ਕਿਵੇਂ ਇਕੱਠੇ ਹੋਈਏ, ਕਿਵੇਂ ਜਥੇਬੰਦ ਹੋਈਏ। ਪਿਛਲੇ ਕਈ ਦਹਾਕਿਆਂ ਤੋਂ ਕੌਮ ਦੇ ਸਾਹਮਣੇ ਸਭ ਤੋਂ ਵੱਡਾ ਸਵਾਲ ਆ ਜਿਹੜਾ, ਉਹ ਜਥੇਬੰਦ ਹੋਣ ਦਾ। ਕਿਉਂਕਿ ਕੌਮ ਦੀ ਸ਼ਕਤੀ ਬਹੁਤ ਜ਼ਿਆਦਾ, ਪਰ ਉਹ ਖਿੰਡੀ ਹੋਈ ਆ, ਉਹ ਸੰਗਠਿਤ ਨਹੀਂ ਗਈ। ਉਹਨੂੰ ਸੰਗਠਿਤ ਕਿਵੇਂ ਕਰਨਾ, ਉਹਨੂੰ ਏਕੇ ਦੇ ਵਿੱਚ ਬੰਨਣਾ ਕਿਵੇਂ, ਉਹਨੂੰ ਜਥੇਬੰਦ ਕਿਵੇਂ ਕਰਨਾ, ਇਹ ਅੱਜ ਸਾਡੇ ਸਾਹਮਣੇ ਸਭ ਤੋਂ ਵੱਡਾ ਸਵਾਲ ਆ। ਦੀਪ ਸਿੱਧੂ ਸਮੇਤ ਹੋਰ ਜਿੰਨੇ ਵੀ ਸੈਂਕੜੇ ਨੌਜਵਾਨ ਪੁਲਿਸ ਨੇ ਗ੍ਰਿਫਤਾਰ ਕੀਤੇ ਆ, ਉਹਨਾਂ ਦੀ ਰਿਹਾਈ ਦੇ ਲਈ ਅਸੀਂ ਜ਼ਬਰਦਸਤ ਪ੍ਰਤੀਕਰਮ ਤਾਂ ਹੀ ਦੇ ਸਕਦੇ ਹਾਂ ਜੇ ਅਸੀਂ ਜਥੇਬੰਦ ਹੋਵਾਂਗੇ। ਜੇ ਅਸੀਂ ਜਥੇਬੰਦ ਨਹੀਂ ਗਏ ਤੇ ਫਿਰ ਅਸੀਂ ਉਹਨਾਂ ਦੀ ਰਿਹਾਈ ਵਾਸਤੇ ਸਰਕਾਰ ਤੇ ਦਬਾਅ ਨਹੀਂ ਪਾ ਸਕਦੇ। ਅਸੀਂ ਫਿਰ ਕਿਸਾਨ ਯੂਨੀਅਨ ਵਾਲਿਆਂ ਤੇ ਵੀ ਨਹੀਂ ਦਬਾਅ ਪਾ ਸਕਦੇ ਕਿ ਉਹਨਾਂ ਦੀ ਗੱਲ ਕਰਨ। ਸੋ ਇਸ ਲਈ ਜਥੇਬੰਦ ਹੋਣਾ ਜਿਹੜਾ, ਉਹ ਪਹਿਲੀ ਲੋੜ ਹੈ। ਪਰ ਕਈ ਵਾਰੀ ਸਥਿਤੀ ਹੈ ਜਿਹੜੀ, ਉਹ ਇੰਨੀ ਕੁ ਅਰਜੈਂਟ ਹੋ ਜਾਂਦੀ ਹੈ, ਇੰਨੀ ਕੁ ਉਹ ਜ਼ਰੂਰੀ ਬਣ ਜਾਂਦੀ ਹੈ ਕਿ ਉਹਦੇ ਵਾਸਤੇ ਪਹਿਲਾਂ ਟਾਈਮ ਨਹੀਂ ਹੁੰਦਾ ਕਿ ਜਥੇਬੰਦੀ ਉਸਾਰਨ ਦਾ ਇੱਕ ਲੰਮੇ ਸਮੇਂ ਵਾਸਤੇ ਉਡੀਕ ਕੀਤੀ ਜਾਵੇ। ਕਈ ਵਾਰੀ ਟੱਪ ਫੱਟ ਵੀ ਕੁਝ ਕਰਨਾ ਪੈਂਦਾ। ਸੋ ਹੁਣ ਮੇਰੇ ਖਿਆਲ ਦੇ ਵਿੱਚ ਸਭ ਤੋਂ ਵੱਡੀ ਗੱਲ ਹੈ ਇਹ ਕਿ ਸੋਸ਼ਲ ਮੀਡੀਆ ਦੇ ਮੈਦਾਨ ਦੇ ਵਿੱਚ ਦੀਪ ਸਿੱਧੂ ਦੀ ਗ੍ਰਿਫਤਾਰੀ ਤੋਂ ਬਾਅਦ ਵਰਚੁਅਲ ਸਪੇਸ ਦੇ ਵਿੱਚ ਬਹੁਤ ਜ਼ਿਆਦਾ ਸ਼ਾਨਦਾਰ ਇੱਕ ਲਹਿਰ ਉੱਠੀ ਹੈ ਤੇ ਬਹੁਤ ਸਲਾਹੁਣਯੋਗ ਹੈ। ਤੇ ਸਾਰੇ ਹੀ ਵੀਰਾਂ ਭੈਣਾਂ ਦਾ ਮੈਂ ਧੰਨਵਾਦ ਕਰਦਾ ਜਿਨ੍ਹਾਂ ਨੇ ਵੀ ਆਵਾਜ਼ ਚੱਕੀ ਹੈ ਦੀਪ ਸਿੱਧੂ ਦੇ ਹੱਕ ਦੇ ਵਿੱਚ। ਹੁਣ ਉਸ ਰੋਸ ਨੂੰ ਸੜਕਾਂ ਦੇ ਉੱਤੇ ਲਿਆਉਣ ਦੀ ਲੋੜ ਹੈ, ਇਹ ਪਹਿਲੀ ਲੋੜ ਹੈ। ਉਹ ਸੜਕਾਂ ਤੇ ਆਣ ਕੇ ਆਪਣਾ ਜਿਹੜਾ ਪ੍ਰਦਰਸ਼ਨ ਆ, ਉਹ ਨੌਜਵਾਨੀ ਕਿਸ ਰੂਪ ਚ ਕਰੇ, ਸਾਨੂੰ ਉਹਨਾਂ ਲਈ
ਹੋ ਸਕਦਾ ਕਿ ਕਈ ਵਾਰੀ ਤਾਂ ਐਕਟਿਵਿਜ਼ਮ 'ਚ ਜੁੜੇ ਹੋਏ ਬੰਦੇ ਤਾਂ ਜਾਣਦੇ ਆ ਕਿ ਨਾਅਰੇ ਕਿਸ ਤਰ੍ਹਾਂ ਦੇ ਹੋਣੇ ਚਾਹੀਦੇ ਆ। ਮੈਂ ਜਿਵੇਂ ਕੁਝ ਗੱਲਾਂ ਦੱਸ ਸਕਦਾ ਕਿ ਜਿਹੜਾ ਦੀਪ ਸਿੱਧੂ ਤੇ ਕੇਸ ਪਾਇਆ ਉਹ ਬਿਲਕੁਲ ਨਜਾਇਜ਼ ਆ। ਸਾਨੂੰ ਇਹ ਮੰਗ ਉਠਾਉਣੀ ਚਾਹੀਦੀ ਆ ਕਿ ਦੀਪ ਸਿੱਧੂ ਤੋਂ ਜਿਹੜਾ ਮੁਕੱਦਮਾ ਵਾ ਉਹ ਰੱਦ ਕਰੋ, ਤੇ ਇਸ ਦੇ ਨਾਲ ਹੀ 128 ਜਿਹੜੇ ਕਿਸਾਨ ਜਾਂ ਜਿਹੜੇ ਕਿਸਾਨ ਸੰਘਰਸ਼ ਦੇ ਸਮਰਥਕ ਫੜੇ ਗਏ ਆ ਉਹਨਾਂ ਦੀ ਵੀ ਗੱਲ ਕਰਨੀ ਆ। ਸੋ ਇਸ ਤਰੀਕੇ ਨਾਲ ਤੁਹਾਡੇ ਅਨੁਸਾਰ ਕਿਸ ਤਰ੍ਹਾਂ ਦੇ ਨਾਅਰੇ ਰੱਖਣੇ ਚਾਹੀਦੇ ਆ, ਗੱਲ ਕੀ ਹੋਵੇ? ਦੇਖੋ ਜੀ, ਸਭ ਤੋਂ ਪਹਿਲਾਂ ਤਾਂ ਜਿਹੜੀ ਕਾਲ ਦੇਣੀ ਚਾਹੀਦੀ ਹੈ ਵੀ ਪੰਜਾਬ ਦੇ ਜ਼ਿਲ੍ਹਾ ਹੈੱਡਕੁਆਟਰਾਂ ਦੇ ਉੱਤੇ ਧਰਨੇ ਲੱਗਣੇ ਚਾਹੀਦੇ ਆ ਜੀ, ਤਾਂ ਕਿ ਗੱਲ ਹੈ ਜਿਹੜੀ ਉਹ ਦੁਨੀਆ 'ਚ ਜਾਵੇ ਕਿ ਮਾਸ ਲੈਵਲ ਤੇ ਹੇਠਲੇ ਪੱਧਰ ਤੋਂ ਲੈ ਕੇ ਲੋਕ ਆ ਜਿਹੜੇ ਉਹ ਦੀਪ ਸਿੱਧੂ ਦੇ ਨਾਲ ਆ ਤੇ ਹੈਗੇ ਵੀ ਆ। ਉਹਨਾਂ ਨੂੰ ਸਿਰਫ ਜਥੇਬੰਦ ਕਰਨ ਦੀ ਲੋੜ ਆ ਤੇ ਉਹਨਾਂ ਦੀ ਉਸ ਤੋਂ ਬਾਅਦ ਫਿਰ ਦਿੱਲੀ ਵੱਲ ਮਾਰਚ ਵੀ ਕੀਤਾ ਜਾ ਸਕਦਾ, ਕਿਉਂਕਿ ਕੇਸ ਆ ਜਿਹੜੇ ਉਹ ਦਿੱਲੀ ਦੇ ਵਿੱਚ ਪਏ ਆ, ਦਿੱਲੀ ਪੁਲਿਸ ਨੇ ਦਰਜ ਕੀਤੇ ਆ। ਸੋ ਫਿਰ ਦਿੱਲੀ ਵੱਲ ਮਾਰਚ ਵੀ ਕਰਨਾ ਚਾਹੀਦਾ ਤੇ ਜਿਹੜੇ ਦਿੱਲੀ ਦੇ ਵਿੱਚ ਧਰਨੇ ਲੱਗੇ ਹੋਏ ਆ ਉੱਥੇ ਵੀ ਮਾਰਚ ਸ਼ੁਰੂ ਕਰਕੇ ਸਟੇਜ ਤੱਕ ਲਿਜਾਣੇ ਚਾਹੀਦੇ ਆ, ਤੇ ਤਾਂ ਕਿ ਕਿਸਾਨ ਲੀਡਰਾਂ ਦੇ ਬੋਲੇ ਕੰਨਾਂ ਤੱਕ ਵੀ ਉਹਨਾਂ ਦੀ ਆਵਾਜ਼ ਪਹੁੰਚ ਸਕੇ। ਤੇ ਇਹ ਮਸਲਾ ਜਿਹੜਾ ਉਹ ਕੱਲਾ ਦੀਪ ਸਿੱਧੂ ਤੱਕ ਸੀਮਿਤ ਨਹੀਂ ਰਹਿਣਾ ਚਾਹੀਦਾ। ਦੀਪ ਸਿੱਧੂ ਦੇ ਸਮੇਤ ਜਿਹੜੇ ਉਹ ਜਿੰਨੇ ਵੀ ਹੋਰ ਸੈਂਕੜੇ ਨੌਜਵਾਨ ਆ ਜਿਹੜੇ ਤੇ ਬਜ਼ੁਰਗ ਵੀ ਜਿਹੜੇ ਗ੍ਰਿਫਤਾਰ ਕੀਤੇ ਹੋਏ ਆ, ਉਹਨਾਂ ਦੀ ਰਿਹਾਈ ਦੀ ਇੱਕਮੁੱਠ ਹੋ ਕੇ ਆਵਾਜ਼ ਆ ਜਿਹੜੀ ਸਾਨੂੰ ਚੱਕਣੀ ਚਾਹੀਦੀ ਆ। ਸੋ ਉਹਦੇ ਵਾਸਤੇ ਕਈ ਨਾਅਰੇ ਜਿਹੜੇ ਜਿਵੇਂ ਹੈਸ਼ਟੈਗ ਪਹਿਲਾਂ ਹੀ ਚੱਲ ਰਹੇ ਆ, ਫ੍ਰੀ ਦੀਪ ਸਿੱਧੂ, ਫ੍ਰੀ ਸਿੱਖ ਪੋਲੀਟੀਕਲ ਪ੍ਰਿਜ਼ਨਰਸ ਤੇ ਫ੍ਰੀ ਨਵਦੀਪ ਕੌਰ ਤੇ ਇਸ ਤਰ੍ਹਾਂ ਦੇ ਹੋਰ ਬਹੁਤ ਸਾਰੇ ਨਾਅਰੇ ਆ ਜਿਹੜੇ ਉਹ ਚੱਲ ਰਹੇ ਆ ਜੀ। ਹੁਣ ਆਪਾਂ ਗੱਲ ਕਰੀਏ ਉਸ ਵਿਸ਼ੇ ਵੱਲ ਕਿ ਜਿਹੜੇ ਕਿਸਾਨ ਯੂਨੀਅਨਸ ਦੇ ਲੀਡਰਸ ਨੇ, ਦੀਪ ਸਿੱਧੂ ਦੀ ਗ੍ਰਿਫਤਾਰੀ ਤੋਂ ਬਾਅਦ ਉਹਨਾਂ ਦਾ ਜਿਹੜਾ ਵਰਤਾਵ ਰਿਹਾ ਉਹ ਨਿੰਦਣਯੋਗ ਆ। ਤੁਹਾਡੀ ਸਮਝ ਅਨੁਸਾਰ ਉਹ ਵਰਤਾਵ ਕਿਹੋ ਜਿਹਾ ਰਿਹਾ? ਉਹ ਬਹੁਤ ਹੀ ਘਟੀਆ ਰਿਹਾ ਜੀ, ਤੇ ਬਹੁਤ ਜ਼ਿਆਦਾ ਉਹਦੀ ਨਿੰਦਾ ਹੋਣੀ ਚਾਹੀਦੀ ਹੈ। ਪਰ ਉਸ ਵਰਤਾਵ ਨੇ ਇੱਕ ਗੱਲ ਹੈ ਜਿਹੜੀ ਉਹ ਸਪਸ਼ਟ ਕਰਤੀ ਕਿ ਕਿਸਾਨ ਯੂਨੀਅਨ ਦੇ ਆਗੂ ਆ ਜਿਹੜੇ ਉਹਨਾਂ ਤੋਂ ਕਿਸੇ ਵੀ ਕਿਸਮ ਦੀ ਚੰਗੀ ਸਿਹਤ ਦੀ ਆਸ ਰੱਖਣੀ ਤੇ ਇਸ ਮੋਰਚੇ ਨੂੰ ਕਿਸੇ ਤਣ ਪੱਤਣ ਲਾਉਣ ਦੀ ਆਸ ਰੱਖਣੀ ਆ ਜਿਹੜੀ ਉਹ ਮੂਰਖਤਾ ਤੋਂ ਵੱਧ ਨਹੀਂ, ਕਿਉਂਕਿ ਉਹਨਾਂ ਨੇ ਇਹ ਸਾਬਤ ਕਰ ਦਿੱਤਾ ਕਿ ਉਹਨਾਂ ਦੀ ਮਾਨਸਿਕਤਾ ਗੁਲਾਮ ਹੈ ਜੀ। ਉਹ ਸਰਕਾਰ ਦੇ ਬਹੁਤ ਜ਼ਿਆਦਾ ਦਬਾਅ ਦੇ ਹੇਠ ਆਏ ਹੋਏ ਨੇ ਤੇ ਉਹ ਸਰਕਾਰ ਦੇ ਦਬਾਅ ਤੋਂ ਤੇ ਭਾਰਤ ਦਾ ਜਿਹੜਾ ਮੇਨ ਸਟ੍ਰੀਮ ਮੀਡੀਆ ਉਹਦੇ ਦਬਾਅ ਤੋਂ ਪਾਰ ਜਾ ਕੇ ਨਾ ਸੋਚ ਸਕਦੇ ਆ, ਨਾ ਵੇਖ ਸਕਦੇ ਆ, ਨਾ ਸੁਣ ਸਕਦੇ ਆ। ਕੋਈ ਐਕਸ਼ਨ ਲੈਣਾ ਤਾਂ ਬਹੁਤ ਦੂਰ ਦੀ ਗੱਲ ਆ। ਸੋ ਇਹ ਗੱਲ ਆ ਜਿਹੜੀ ਹੁਣ ਚਿੱਟੇ ਦਿਨ ਵਾਂਗੂ ਸਾਫ਼ ਹੋ ਗਈ ਹੈ। ਦੀਪ ਸਿੱਧੂ ਦੀ ਗ੍ਰਿਫਤਾਰੀ ਤੋਂ ਪਹਿਲਾਂ ਮੇਰਾ ਅੰਦਾਜ਼ਾ ਇਹ ਹੈ ਕਿ ਸੋਸ਼ਲ ਮੀਡੀਆ ਦੇ ਉੱਤੇ ਲੋਕ ਆ ਜਿਹੜੇ ਉਹ ਕਾਫੀ ਵੰਡੇ ਹੋਏ ਸੀ। ਕੁਝ ਲੋਕ ਆ ਜਿਹੜੇ ਉਹ ਕਿਸਾਨ ਯੂਨੀਅਨਾਂ ਦੇ ਹੱਕ ਦੇ ਵਿੱਚ ਬੋਲ ਰਹੇ ਸੀ, ਕੁਝ ਲੋਕ ਆ ਜਿਹੜੇ ਉਹ ਦੀਪ ਸਿੱਧੂ ਦੇ ਹੱਕ ਦੇ ਵਿੱਚ ਬੋਲ ਰਹੇ ਸੀ। ਪਰ ਹੁਣ ਜਿਹੜੀ ਉਹ ਸਥਿਤੀ ਕਾਫੀ ਸਪਸ਼ਟ ਹੋ ਗਈ ਹੈ। ਹੁਣ ਸਿਰਫ ਉਹਨਾਂ ਦੇ ਜਿਹੜੇ ਕੱਟੜ ਸਮਰਥਕ ਆ ਕੁਛ ਇੱਕ ਜਿਹੜੇ ਉਹਨਾਂ ਦੀਆਂ ਯੂਨੀਅਨਾਂ ਦੇ ਮੈਂਬਰ ਆ ਉਹੀ ਉਹਨਾਂ ਦੇ ਹੱਕ ਦੇ ਵਿੱਚ ਬੋਲ ਰਹੇ ਆ, ਪਰ ਆਮ ਲੋਕ ਜਿਹੜੀ ਆਮ ਸੰਗਤ ਆ ਜਿਹੜੀ ਉਹ ਸਾਰੀ ਦੀ ਸਾਰੀ ਦੀਪ ਸਿੱਧੂ ਦੇ ਹੱਕ 'ਚ ਖੜੀ ਆ ਤੇ ਇਸ ਗੱਲ ਦੀ ਵੀ ਭਰਵੀਂ ਨਿੰਦਾ ਕਰ ਰਹੀ ਆ ਵੀ ਯੂਨੀਅਨ ਵਾਲੇ ਲੀਡਰ ਬੋਲ ਕਿਉਂ ਨਹੀਂ ਰਹੇ ਬਿਲਕੁਲ ਦੀਪ ਸਿੱਧੂ ਦੇ ਹੱਕ 'ਚ। ਠੀਕ ਹੈ, ਆਪਾਂ ਅਗਲੀ ਗੱਲ ਇਹ ਤੋਰੀਏ ਕਿ ਇੱਕ ਬਹੁਤ ਜ਼ਰੂਰੀ ਹੁੰਦਾ ਕਿ ਜਥੇਬੰਦਕ ਹੋਣਾ। ਹਾਂਜੀ, ਜਥੇਬੰਦਕ ਹੋਣਾ ਹੀ ਤੁਹਾਡੀ ਜਿੱਤ ਨੂੰ ਨਿਰਧਾਰਿਤ ਕਰਦਾ, ਇਹ 'ਚ ਕੋਈ ਸ਼ੱਕ ਨਹੀਂ। ਪੰਜਾਬ ਦੇ ਜਿਹੜੇ ਲੋਕ ਨੇ, ਖਾਸ ਤੌਰ ਤੇ ਜਦੋਂ ਗੱਲ ਸਾਡੀ ਸਿੱਖਾਂ ਦੀ ਆ ਜਾਂਦੀ ਆ, ਸਿੱਖ ਕਿਸਾਨ ਨੇ ਜਥੇਬੰਦਕ ਹੋਣ ਦਾ ਜਿਹੜਾ ਢਾਂਚਾ ਬਣਾਉਣ ਦੀ ਕੋਈ ਵਿਧੀ ਦੀ ਗੱਲ ਕਰੋ, ਇਹ ਦੱਸੋ ਸਾਨੂੰ। ਦੇਖੋ ਜੀ, ਜਥੇਬੰਦੀ ਬਣਾਉਣ ਦਾ ਸਭ ਤੋਂ ਪਹਿਲਾ ਕਦਮ ਹੈ ਜਿਹੜਾ ਉਹ ਹੈਗਾ ਸਰੀਰਕ ਰੂਪ ਦੇ ਵਿੱਚ ਇਕੱਤਰ ਹੋਣਾ। ਤੇ ਸਰੀਰਕ ਰੂਪ ਦੇ ਵਿੱਚ ਪਤਾ ਨਹੀਂ ਕੀ ਗੱਲ ਹੈ, ਜਿਹੜੇ ਪੰਥਕ ਬੰਦੇ ਆ ਜਿਹੜੇ ਕਿਸੇ ਜਥੇਬੰਦੀ ਨਾਲ ਨਹੀਂ ਜੁੜੇ ਹੋਏ ਉਹ ਸਰੀਰਕ ਰੂਪ ਦੇ ਵਿੱਚ ਇਕੱਤਰ ਹੋਣ ਤੋਂ ਕਤਰਾਉਂਦੇ ਆ। ਮੇਰਾ ਇਹ ਪਿਛਲੇ 2 ਸਾਲ ਦਾ ਤਜਰਬਾ ਹੈ। 1-2 ਵਾਰ ਮੈਂ ਵੀ ਕੋਸ਼ਿਸ਼ ਕੀਤੀ ਆ ਕਾਲ ਦੇਣ ਦੀ, ਪਰ ਬਹੁਤੇ ਬੰਦੇ ਆ ਜਿਹੜੇ ਉਹ ਇਸ ਗੱਲ ਤੋਂ ਕਤਰਾਉਂਦੇ ਆ ਕਿ ਸਰੀਰਕ ਰੂਪ ਦੇ ਵਿੱਚ ਇਕੱਤਰ ਨਾ ਹੋਇਆ ਜਾਵੇ, ਬਸ ਅਸੀਂ ਫੇਸਬੁੱਕ ਤੇ ਆਪਦਾ ਫਰਜ਼ ਪੂਰਾ ਕਰੀ ਜਾਂਦੇ ਆ ਤੇ ਬਹੁਤ ਆ ਇੰਨਾ। ਸੋ ਇਹ ਝਿਜਕ ਹੈ ਜਿਹੜੀ ਉਹ ਸਾਨੂੰ ਪਹਿਲਾਂ ਤਾਂ ਲਾਉਣੀ ਪੈਣੀ ਹੈ, ਦੂਰ ਕਰਨੀ ਪੈਣੀ ਹੈ ਤੇ ਸਰੀਰਕ ਰੂਪ ਦੇ ਵਿੱਚ ਇਕੱਤਰ ਹੋਣਾ ਹੀ ਪੈਣਾ ਹੈ। ਸੋ ਜਿਹੜਾ ਜਥੇਬੰਦਕ ਢਾਂਚੇ ਉਸਾਰਨੇ ਆ ਉਹ 1-2 ਦਿਨਾਂ ਦੀ ਖੇਡ ਨਹੀਂ ਹੁੰਦੀ। ਉਹ ਆਪਾਂ ਇਹ ਨਹੀਂ ਕਹਿ ਸਕਦੇ ਵੀ ਪਹਿਲਾਂ ਆਪਾਂ ਜਥੇਬੰਦੀ
ਖੜੀ ਕਰੀਏ, ਜਥੇਬੰਦ ਕਰੀਏ ਤੇ ਫਿਰ ਆਪਾਂ ਦੀਪ ਸਿੱਧੂ ਦੇ ਹੱਕ ਦੇ ਵਿੱਚ ਲਹਿਰ ਚਲਾਈਏ। ਨਹੀਂ, ਇਹ ਤਾਂ ਹੁਣ ਸਪੌਂਟੇਨੀਅਸ ਹੋਣਾ, ਆਪ ਮੁਹਾਰੀ ਜਿਹੜੀ ਆ ਉਹ ਵੇਗ ਉੱਠਣਾ। ਤੇ ਪਰ ਲੰਮੇ ਸਮੇਂ ਦੇ ਵਿੱਚ ਜਥੇਬੰਦਕ ਹੋਣ ਦੀ ਲੋੜ ਹੈ। ਜਿਹੜੀ ਸਾਡੀ ਪੁਰਾਣੀ ਰਵਾਇਤ ਆ ਉਹ ਇਹ ਸੀ ਕਿ ਖਾਲਸਾ ਸਾਜਨਾ ਦਿਵਸ ਤੇ ਬੰਦੀ ਛੋੜ ਦਿਵਸ, ਦੋ ਅਵਸਰਾਂ ਦੇ ਉੱਤੇ ਸੰਗਤ। ਆਵਾਜ਼ ਟੁੱਟ ਗਈ ਤੁਹਾਡੀ, ਆਵਾਜ਼ ਨਹੀਂ ਆ ਰਹੀ ਜੀ, ਤੁਹਾਡੀ ਆਵਾਜ਼ ਨਹੀਂ ਆ ਰਹੀ, ਆਵਾਜ਼ ਨਹੀਂ ਆ ਰਹੀ ਜੀ ਤੁਹਾਡੀ। ਨਹੀਂ ਆ ਰਹੀ ਆਵਾਜ਼, ਸ਼ਾਇਦ ਉਹ ਮਾਈਕ ਵਾਲਾ ਬਟਨ ਜਿਹੜਾ ਦੱਬ ਹੋ ਗਿਆ। ਮੈਂ ਦੋਹਰੇ ਤੁਹਾਨੂੰ ਜੁਆਇਨ ਕਰਦਾ ਵਾਂ ਤੇ ਹੋ ਸਕਦਾ ਫਿਰ ਗੱਲ ਬਣ ਜਾਏ। ਸੋ ਜਿਹੜੀ ਇਹ ਆਪਾਂ ਗੱਲ ਕਰ ਰਹੇ ਹਾਂ ਡਾਕਟਰ ਪ੍ਰਭਸ਼ਰਨਬੀਰ ਸਿੰਘ ਹੁਣਾਂ ਨਾਲ, ਮੇਰੇ ਨਾਲ ਕੈਨੇਡਾ ਤੋਂ ਜੁੜੇ ਆ। ਸੋ ਜਿੱਥੇ ਗੱਲ ਆ ਜਾਂਦੀ ਆ ਕਿ ਜਥੇਬੰਦਕ ਹੋਣ ਦੀ, ਜਥੇਬੰਦਕ ਹੋਵਾਂਗੇ ਤਾਂ ਅੱਗੇ ਵਧਿਆ ਜਾ ਸਕਦਾ। ਸੋ ਜਿਹੜਾ ਦੀਪ ਸਿੱਧੂ ਦੀ ਗ੍ਰਿਫਤਾਰੀ ਤੋਂ ਬਾਅਦ ਅਗਲਾ ਪੈਂਤੜਾ ਕੀ ਸਾਡਾ ਹੋਵੇ, ਉਸ ਬਾਰੇ ਆਪਾਂ ਗੱਲ ਕਰ ਰਹੇ ਹਾਂ। ਸੋ ਮੈਂ ਦੋਹਰੀ ਕੋਸ਼ਿਸ਼ ਕਰਦਾ ਸਰਦਾਰ ਪ੍ਰਭਸ਼ਰਨਬੀਰ ਸਿੰਘ ਹੁਣਾਂ ਨੂੰ ਨਾਲ ਜੋੜਨ ਦੀ। ਤੇ ਬਿਲਕੁਲ ਭਾਈ ਅਰਵਿੰਦਰ ਸਿੰਘ ਕਹਿੰਦੇ ਆ ਕਿ ਨਿੱਜੀ ਰਾਵਾਂ ਛਿੜਨੀਆਂ ਪੈਣੀਆਂ, ਤੇ ਜਿਹੜੇ ਕੱਲੇ ਕੱਲੇ ਬੰਦੇ ਦੇ ਆਪਣੇ ਬਹੁਤ ਮਤਭੇਦ ਹੁੰਦੇ ਆ। ਹਾਂਜੀ, ਇਹ ਗੱਲ ਅਰਵਿੰਦਰ ਸਿੰਘ ਜੀ ਹਉਮੈ ਨਾਲ ਜੁੜੀ ਹੁੰਦੀ ਆ ਕਿ ਬੰਦਾ ਆਪਣੇ ਆਪ ਨੂੰ ਹੀ ਕਈ ਵਾਰੀ ਸਹੀ ਸਮਝਦਾ, ਉਹ ਕੋਈ ਵੀ ਹੋਵੇ। ਤੇ ਜੇ ਅਸੀਂ ਇਸ ਤਰ੍ਹਾਂ ਹਉਮੈ ਨੂੰ ਪਿੱਛੇ ਛੱਡ ਕੇ ਤੇ ਗੱਲ ਆਪਾਂ ਏਕੇ ਦੇ ਰੂਪ ਦੇ ਵਿੱਚ ਵੱਡੇ ਕੌਜ਼ ਵਾਸਤੇ ਤੁਰਾਂਗੇ ਨਾ, ਤੇ ਜਾਂ ਕਹਿਣਾ ਹੋਵੇ ਗੁਰਮਤ ਦੇ ਤਰੀਕੇ ਨਾਲ ਕਿ ਆਪਾਂ ਆਪਣੀ ਮੈਂ ਨੂੰ ਮਾਰ ਕੇ ਅੱਗੇ ਤੁਰਾਂਗੇ, ਤਾਂ ਫਿਰ ਜਿਹੜੀ ਗੱਲ ਆ ਉਹ ਸਾਡੀ ਏਕਤਾ ਦੀ ਤੁਰ ਸਕਦੀ ਆ। ਬਿਲਕੁਲ ਜਿਹੜੇ ਵਖਰੇਵੇਂ ਹੁੰਦੇ ਵੀ ਆ, ਪਰ ਜਿਹੜੇ ਵਖਰੇਵੇਂ ਆ ਨਾ, ਉਹਨਾਂ ਨੂੰ ਆਪਣੇ ਤੱਕ ਸੀਮਤ ਕਰਕੇ ਤੇ ਜਿਹੜਾ ਸਾਂਝਾ ਕੌਜ਼ ਆ ਉਸ ਲਈ ਵਧਿਆ ਜਾ ਸਕਦਾ। ਸਰਦਾਰ ਪ੍ਰਭਸ਼ਰਨਬੀਰ ਸਿੰਘ, ਜੇ ਸਾਨੂੰ ਸੁਣ ਰਹੇ ਹੋ ਤਾਂ ਤੁਸੀਂ ਥੱਲੇ ਇਹ ਮਾਫੀ ਚਾਹੁੰਦੇ ਆ ਜੀ, ਥੋੜੀ ਜਿਹੀ ਤਕਨੀਕੀ ਗਲਤੀ ਆ ਗਈ ਆ ਵਿਚਾਲੇ, ਤੇ ਮੈਂ ਦੋਹਰੇ ਸਰਦਾਰ ਪ੍ਰਭਸ਼ਰਨਬੀਰ ਸਿੰਘ ਉਹਨਾਂ ਨੂੰ ਐਡ ਕਰ ਲਿਆ, ਤੇ ਜਿਵੇਂ ਉਹ ਐਕਸੈਪਟ ਕਰਨਗੇ ਤਾਂ ਆਪਣੀ ਗੱਲਬਾਤ ਜਿਹੜੀ ਤੁਰ ਪੈਣੀ ਆ। ਹਾਂਜੀ ਹਾਂ, ਹੁਣ ਆਪਣੀ ਗੱਲ ਦੋਹਰੇ ਤੁਰ ਪਈ ਆ। ਸੋ ਗੱਲ ਇਹ ਆ ਕਿ ਰਵਿੰਦਰ ਸਿੰਘ ਹੁਣਾਂ ਨੇ ਵੀ ਕਿਹਾ ਕਿ ਸਾਡੇ ਆਪਣੇ ਵਖਰੇਵੇਂ ਹੁੰਦੇ ਆ। ਮੈਂ ਦੱਸ ਦਿਆਂ ਕਿ ਰਵਿੰਦਰ ਸਿੰਘ ਯੂਨੀਵਰਸਿਟੀ ਦੇ ਵਿਦਿਆਰਥੀ ਰਹੇ ਆ, ਪਟਿਆਲਾ ਯੂਨੀਵਰਸਿਟੀ ਤੋਂ। ਹੁਣ ਅੱਗੇ ਪੜ੍ਹਾਈ ਕਰ ਰਹੇ ਆ, ਸੰਗੀਤ ਨਾਲ ਜੁੜੇ ਹੋਏ ਆ, ਗੁਰਸਿੱਖ ਨੇ, ਤੇ ਤਕਰੀਬਨ ਸਾਡੇ ਵਰਗੇ ਵਿਚਾਰ ਰੱਖਦੇ ਆ। ਉਹ ਕਹਿੰਦੇ ਕਿ ਕੱਲੇ ਕੱਲੇ ਬੰਦੇ ਦੇ ਤਾਂ ਵਖਰੇਵੇਂ ਬਹੁਤ ਹੁੰਦੇ ਆ, ਤੇ ਫਿਰ ਸਾਨੂੰ ਉਹ ਗੱਲ ਛੱਡਣੀ ਪੈਂਦੀ ਆ। ਤੁਸੀਂ ਇਸ ਤਰ੍ਹਾਂ ਇਸ ਚੀਜ਼ ਨੂੰ ਖੋਲ ਕੇ ਦੱਸੋ ਕਿ ਨਿੱਜੀ ਵਖਰੇਵਿਆਂ ਨੂੰ ਛੱਡ ਕੇ, ਪਿੱਛੇ ਰੱਖ ਕੇ ਫਿਰ ਕਿਵੇਂ, ਹੁਣ ਹੋ ਸਕਦਾ ਤੁਹਾਡੇ ਮੇਰੇ ਨਾਲ ਵੀ ਵਖਰੇਵੇਂ ਹੋਣ ਕੁਝ ਗੱਲਾਂ ਤੇ, ਇਹ ਕੋਈ ਵੱਡੀ ਗੱਲ ਨਹੀਂ, ਪਰ ਜਦੋਂ ਸਾਂਝੇ ਕੌਜ਼ ਤੇ ਚੱਲਣਾ, ਉਦੋਂ ਸਾਨੂੰ ਉਹ ਚੀਜ਼ਾਂ ਨੂੰ ਛੋਟਾ ਕਿਵੇਂ ਕਰਨਾ ਪਵੇ ਤੇ ਫਿਰ ਅੱਗੇ ਕਿਵੇਂ ਤੁਰੀਏ, ਗੁਰਮਤ ਅਨੁਸਾਰ ਦੱਸੋ। ਦੇਖੋ ਜੀ, ਜਿਹੜੀ ਸੰਗਤ ਹੈ ਜਿਹੜੀ ਉਹ ਬਹੁਤ ਵੱਡੀ ਅਥਾਰਟੀ ਹੈ। ਜਿਹੜੇ ਬੰਦੇ ਦੇ ਅੰਦਰ ਨਿਮਰਤਾ ਹੈਗੀ ਹੈ, ਪੰਥਕ ਸੇਵਾ ਦਾ ਜਜ਼ਬਾ ਹੈਗਾ, ਉਹਨੇ ਆਪਣਾ ਹੰਕਾਰ, ਆਪਣੀ ਈਗੋ ਹੈ ਜਿਹੜੀ ਉਹ ਆਪੇ ਹੀ ਪਾਸੇ ਰੱਖ ਕੇ ਤੁਰ ਪੈਣਾ। ਕਈ ਵਾਰੀ ਕੀ ਹੁੰਦਾ ਕਿ ਜਥਾ ਜਿਹੜਾ ਉਦੋਂ ਬਣਦਾ, ਜਥੇਬੰਦੀ ਉਦੋਂ ਬਣਦੀ ਹੈ ਜਦੋਂ ਇੱਕੋ ਜਿਹੇ ਵਿਚਾਰ ਰੱਖਣ ਵਾਲੇ ਬੰਦੇ ਆ ਜਿਹੜੇ ਉਹ ਇਕੱਤਰ ਹੋ ਕੇ ਤੁਰਦੇ ਆ, ਤੇ ਉਹਨਾਂ ਦਾ ਰਾਹ ਬਣ ਜਾਂਦਾ ਤੇ ਉਹਨਾਂ ਦੇ ਮਗਰ ਕਾਫਲਾ ਬਣ ਜਾਂਦਾ। ਕਈ ਵਾਰੀ ਅਸੀਂ ਕੀ ਕਰਦੇ ਆ ਕਿ ਜਿਨ੍ਹਾਂ ਬੰਦਿਆਂ ਦੇ ਅੰਦਰ ਹੰਕਾਰ ਤੇ ਹਉਮੈ ਦਾ ਵਾਸ ਹੈਗਾ ਹੋਇਆ ਹੋਇਆ ਬਦਕਿਸਮਤੀ ਨਾਲ, ਉਹਨਾਂ ਨੂੰ ਮਨਾਉਣ ਤੇ ਆਪਦਾ ਸਮਾਂ ਜ਼ਾਇਆ ਕਰੀ ਜਾਂਦੇ ਆ ਜੀ, ਤੇ ਨਾ ਉਹ ਮੰਨਦੇ ਆ ਤੇ ਨਾ ਕਿਤੇ ਗੱਲ ਤੁਰਦੀ ਆ। ਉਹ ਇਸ ਕਰਕੇ ਮੇਰੇ ਖਿਆਲ ਦੇ ਵਿੱਚ ਜਿਹੜਾ ਜਥੇਬੰਦੀ ਬਣਾਉਣ ਦਾ ਪਹਿਲਾ ਕਦਮ ਹੈ, ਜਥੇਬੰਦ ਹੋਣ ਦਾ ਪਹਿਲਾ ਕਦਮ ਹੈ, ਉਹ ਇਹ ਹੈ ਬਈ ਜਿਹੜੇ ਵੀ ਜਿੰਨੀ ਵੀ ਸੰਗਤ ਦੇ ਵਿਚਾਰ ਜਿਹੜੇ ਆ ਉਹ ਆਪਸ ਦੇ ਵਿੱਚ ਮਿਲਦੇ ਆ, ਉਹ ਇਕੱਠੇ ਹੋ ਕੇ ਤੁਰਨ
ਤੇ ਫਿਰ ਉਹਨਾਂ ਦੀ ਗੁਰੂ ਸਾਹਿਬ ਨੇ ਆਪੇ ਹੀ ਉਹਨਾਂ ਦੀ ਮਦਦ ਕਰਨੀ ਹੈ ਤੇ ਉਹਨਾਂ ਦਾ ਕਾਫਲਾ ਜਿਹੜਾ ਉਹ ਬਣ ਜਾਣਾ। ਪਰ ਪਹਿਲੀ ਸ਼ਰਤ ਹੈ ਜਿਹੜਾ ਉਹ ਸਰੀਰਕ ਰੂਪ ਦੇ ਵਿੱਚ ਇਕੱਤਰ ਹੋਣਾ। ਜੀ ਇੱਕ ਭੈਣ ਜੀ ਖੁਸ਼ਮੀਤ ਕੌਰ, ਕਿਉਂਕਿ ਮੈਂ ਨਾਲ ਦੀ ਨਾਲ ਫੇਸਬੁੱਕ ਤੇ ਵੀ ਇਸ ਨੂੰ ਫੋਨ ਤੋਂ ਹੀ ਲਾਈਵ ਕੀਤਾ ਹੋਇਆ, ਤਾਂ ਪੇਜ ਤੇ ਮੇਰੇ ਕੁਝ ਕੁ ਸੱਜਣ ਵੇਖ ਰਹੇ ਆ। ਇੱਕ ਭੈਣ ਜੀ ਖੁਸ਼ਮੀਤ ਕੌਰ ਸਵਾਲ ਕਰਦੇ ਆ ਕਿ ਦੀਪ ਸਿੱਧੂ ਦੀ ਸਪੋਰਟ ਤਾਂ ਹੈ ਸਭ ਵੱਲੋਂ, ਪਰ ਜਿਹੜੇ ਯੂਨੀਅਨ ਲੀਡਰਸ ਨੇ ਉਹਨਾਂ ਤੋਂ ਕਿਸਾਨੀ ਮੋਰਚੇ ਨੂੰ ਕਿਵੇਂ ਬਚਾਇਆ ਜਾਵੇ? ਸਰਦਾਰ ਪ੍ਰਭਸ਼ਰਨ ਵੀਰ ਸਿੰਘ ਜੀ, ਜਦੋਂ ਤੁਸੀਂ ਇਸ ਮੋਰਚੇ ਬਾਰੇ ਵਿਚਾਰ ਰੱਖਣੇ ਸ਼ੁਰੂ ਕੀਤੇ ਨਾ, ਤੇ ਤੁਸੀਂ ਕਿਹਾ ਸੀ ਕਿ ਇਹਨਾਂ ਤੋਂ ਵੀ ਖਤਰਾ ਹੈ ਜਿਵੇਂ ਸਰਕਾਰ ਤੋਂ ਆ। ਤੁਹਾਡੀ ਗੱਲ ਨੂੰ ਨਾ ਬੜਾ ਓਪਰਾ ਜਿਹਾ ਲਿਆ ਗਿਆ ਸ਼ੁਰੂ ਦੇ ਵਿੱਚ ਕਿ ਸ਼ਾਇਦ ਇਹ ਪਤਾ ਨਹੀਂ ਵੰਡੀ ਪਾਉਣ ਵਾਲੀ ਗੱਲ ਕਰ ਰਹੇ ਆ, ਪਰ ਸਾਡੇ ਲੋਕਾਂ ਨੂੰ ਹੁਣ ਗੱਲ ਇਹ ਸਮਝ ਆਈ ਜਾ ਰਹੀ ਆ। ਤੇ ਇਹਨਾਂ ਤੋਂ ਜਿਹੜੇ ਚਾਹੇ ਉਹ ਸੱਜੇ ਪੱਖੀ ਹੋਣ, ਖੱਬੇ ਪੱਖੀ ਹੋਣ, ਰਾਸ਼ਟਰਵਾਦੀ ਹੋਣ, ਆਪਣੀ ਮਤਬੁੱਧ ਅਨੁਸਾਰ ਕਦੇ ਕੁਛ ਕਹਿੰਦੇ ਕਦੇ ਕੁਛ ਕਹਿੰਦੇ ਆ, ਅਜਿਹੇ ਲੋਕਾਂ ਤੋਂ ਮੋਰਚਾ ਬਚਾਉਣ ਲਈ ਲੋਕ ਕੀ ਕਰਨ? ਲੋਕ ਜੀ ਉਹਨਾਂ ਨੂੰ ਜਵਾਬਦੇਹ ਬਣਾਉਣ, ਉਹਨਾਂ ਕੋਲੇ ਜਾਣ, ਜਥੇ ਬਣਾ ਕੇ ਨਿੱਤ ਜਾਣ ਤੇ ਉਹਨਾਂ ਤੋਂ ਜਵਾਬ ਮੰਗਣ ਨਿਮਰਤਾ ਸਾਹਿਬ। ਤੇ ਉਹ ਜੇ ਉਹਨਾਂ ਦੇ ਵਿੱਚ ਜ਼ਮੀਰ ਦਾ ਮਾੜਾ ਮੋਟਾ ਵੀ ਕਣ ਬਾਕੀ ਹੋਇਆ, ਜੇ ਉਹਨਾਂ ਦੀ ਜ਼ਮੀਰ ਉੱਕਾ ਹੀ ਮਰੀ ਨਾ ਹੋਈ, ਤਾਂ ਮੈਨੂੰ ਆਸ ਆ ਵੀ ਵਾਹਿਗੁਰੂ ਉਹਨਾਂ ਨੂੰ ਸਮੱਤ ਬਖਸ਼ੂਗਾ। ਤੇ ਜੇ ਫਿਰ ਉਹਨਾਂ ਦੀ ਜ਼ਮੀਰ ਪੂਰੀ ਮਰ ਚੁੱਕੀ ਆ, ਫਿਰ ਇਹਦਾ ਇੱਕੋ ਹੀ ਹੱਲ ਆ ਕਿ ਉਹਦੇ ਪੈਰਲਲ ਆ ਜਿਹੜਾ ਉਹ ਢਾਂਚਾ ਉਸਾਰਿਆ ਜਾਵੇ ਉਹਨਾਂ ਦੇ। ਜੇ ਉਹ ਗੱਲ ਬਿਲਕੁਲ ਨਹੀਂ ਸੁਣਦੇਗੇ, ਸੰਗਤ ਨੂੰ ਨਜ਼ਰ ਅੰਦਾਜ਼ ਕਰਦੇ ਆ, ਉਹਨਾਂ ਦੀ ਗੱਲ ਨਹੀਂ ਸੁਣਦੇ, ਫਿਰ ਉਹਨਾਂ ਦੇ ਬਰਾਬਰ ਆ ਜਿਹੜਾ ਉਹ ਮੰਚ ਉਸਾਰਿਆ ਜਾਵੇ ਤੇ ਉਹਨਾਂ ਨੂੰ ਜਿਹੜਾ ਪਾਸੇ ਕੀਤਾ ਜਾਵੇ। ਮੋਰਚੇ ਦੀ ਫੈਸਲਾ ਲੈਣ ਦੀ ਜਿਹੜੀ ਤਾਕਤ ਹੈ ਉਹ ਉਹਨਾਂ ਤੋਂ ਸੰਗਤ ਲੈ ਕੇ ਆਪਣੇ ਹੱਥਾਂ ਦੇ ਵਿੱਚ ਲਵੇ। ਇੱਕ ਗੱਲ ਤੁਸੀਂ ਪਿਛਲੇ ਦਿਨੀ ਵੀ ਕਹੀ ਆ, ਜਿਹੜੀਆਂ ਪਹਿਲਾਂ ਡਿਸਕਸ਼ਨਸ ਮੇਰੇ ਤੋਂ ਇਲਾਵਾ ਵੀ ਹੋਈਆਂ, ਸਰਦਾਰ ਪ੍ਰਭਸ਼ਰਨਦੀਪ ਸਿੰਘ ਹੁਣਾਂ ਨਾਲ ਵੀ ਹੋਈ, ਹੋਰਾਂ ਨਾਲ ਵੀ ਹੋਈ, ਕਿ ਜਿਹੜਾ ਇੱਕ ਧੜਾ ਵਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ, ਜਿਨ੍ਹਾਂ ਦੇ ਬਾਰੇ ਇਹਨਾਂ ਨੇ ਉਹਨਾਂ ਨੂੰ ਕਦੇ ਗਦਾਰ ਕਿਹਾ, ਕਦੇ ਸਰਕਾਰੀ ਕਿਹਾ, ਉਹ ਵੀ ਸਟੇਜ ਤੋਂ, ਤੇ ਲੱਖੀ ਧਾਣੇ ਨੂੰ ਤੇ ਦੀਪ ਨੂੰ ਗਦਾਰ ਵੀ ਕਹਿ ਕੇ ਨਾਲ ਬਾਈਕਾਟ ਦਾ ਸੱਦਾ ਵੀ ਦਿੱਤਾ। ਤੁਸੀਂ ਇਹ ਵੀ ਕਿਹਾ ਸੀ ਕਿ ਜਿਹੜੀ SFS ਜਾਂ ਜਿਹੜੀ DSO ਵਾ, ਉਹਨਾਂ ਸਾਰਿਆਂ ਨੂੰ ਨਾਲ ਲੈ ਕੇ, ਚਾਹੇ ਵਖਰੇਵੇਂ ਹੋਣ, ਪਰ ਫਿਰ ਵੀ ਇੱਕ ਧਿਰ ਬਣਾਈ ਜਾ ਸਕਦੀ ਆ। ਇਸ ਤੇ ਕੋਈ ਮੈਨੂੰ ਨਹੀਂ ਲੱਗਦਾ ਕੋਈ ਅਮਲ ਸ਼ੁਰੂ ਹੋਇਆ ਹੋਵੇ। ਇਹ ਜੇ ਅਮਲ ਸ਼ੁਰੂ ਹੋਵੇ ਤਾਂ ਇਸ ਦਾ ਫਾਇਦਾ ਕੀ ਹੋ ਸਕਦਾ? ਜੇ ਜਿਨ੍ਹਾਂ ਦੇ ਆਪਾਂ ਨਾਮ ਲਏ ਹੁਣੇ 5-6 ਮੇਨ ਪ੍ਰੋਮੀਨੈਂਟ ਗਰੁੱਪ ਹੋਣ ਜਾਂ ਹਸਤੀਆਂ ਹੋਣ, ਇਸ ਦਾ ਫਾਇਦਾ ਕੀ ਹੋ ਸਕਦਾ? ਦੇਖੋ ਜੀ, ਪਹਿਲੀ ਗੱਲ ਤਾਂ ਇਹ ਯਾਦ ਰੱਖਣ ਵਾਲੀ ਆ ਵੀ ਨਾ ਤਾਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਆ ਜਿਹੜੀ ਉਹ ਪੂਰਨ ਹੈ, ਬਿਨਾਂ ਕਿਸੇ ਦੋਸ਼ ਤੋਂ ਹੈ, ਨਾ SFS, ਨਾ DSO ਤੇ ਨਾ ਆਪਾਂ ਪੂਰਨ ਹੈ। ਠੀਕ ਹੈ ਨਾ? ਆਪਾਂ ਵੀ ਅਧੂਰੇ ਆ ਸਾਰੇ, ਤੇ ਉਹਨਾਂ ਦੇ ਵਿੱਚ ਵੀ ਬਹੁਤ ਸਾਰੀਆਂ ਕਮੀਆਂ ਪੇਸ਼ੀਆਂ ਜਿਹੜੀਆਂ ਉਹ ਹੋ ਸਕਦੀਆਂ। ਇਸ ਗੱਲ ਬਾਰੇ ਮੈਂ ਕਾਫੀ ਹੈਗਾ ਅਵੇਅਰ। ਪਰ ਜਿਹੜੀ ਮੌਕੇ ਦੀ ਨਜ਼ਾਕਤ ਹੈ, ਕਈ ਵਾਰੀ ਉਹਨੂੰ ਸਮਝਣਾ ਪੈਂਦਾ ਤੇ ਉਹਦੇ ਅਨੁਸਾਰ ਫੈਸਲੇ ਲੈਣੇ ਪੈਂਦੇ। ਇਸ ਵੇਲੇ ਇਸ ਮੋਰਚੇ ਵਾਸਤੇ ਸਭ ਤੋਂ ਵੱਧ ਘਾਤਕ ਹੈ ਜਿਹੜਾ ਉਹ ਸੰਯੁਕਤ ਕਿਸਾਨ ਮੋਰਚਾ ਤੇ ਗਰੁੱਪ ਹੈ, ਜਿਨ੍ਹਾਂ ਦਾ ਜ਼ੋਰ ਮੋਰਚੇ ਨੂੰ ਜਿੱਤਣ ਤੇ ਘੱਟ ਲੱਗਿਆ ਹੋਇਆ, ਤੇ ਮੋਰਚੇ ਦੇ ਵਿੱਚੋਂ ਸਿੱਖਾਂ ਦੀ ਹੋਂਦ, ਸਿੱਖਾਂ ਦੇ ਨਿਸ਼ਾਨ ਤੇ ਸਿੱਖਾਂ ਨੂੰ ਬਾਹਰ ਕਰਨ ਦੇ ਉੱਤੇ ਤੇ ਸਿੱਖਾਂ ਦੀ ਬਦਨਾਮੀ ਕਰਨ ਦੇ ਉੱਤੇ ਜ਼ਿਆਦਾ ਲੱਗਿਆ। ਉਹਦੇ ਵਿੱਚ ਜੇ ਅਸੀਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਪਿਛਲਾ ਰਿਕਾਰਡ ਵੇਖਦੇ ਆ ਤੇ ਉਹਦੇ ਤੋਂ ਸਾਨੂੰ ਪਤਾ ਲੱਗਦਾ ਹੈ ਵੀ ਉਹਨਾਂ ਨੇ ਜਦੋਂ ਪੰਜਾਬ ਤੋਂ ਤੁਰੇ ਆ, ਸ੍ਰੀ ਅਕਾਲ ਤਖਤ ਸਾਹਿਬ ਤੇ ਅਰਦਾਸ ਕਰਕੇ ਤੁਰੇ ਆ, ਤੇ ਉਹਨਾਂ ਨੇ ਨਿਸ਼ਾਨ ਵੀ ਕੇਸਰੀ ਲਾਏ ਸੀ। ਤੇ ਉਹਨਾਂ ਨੇ ਉੱਥੇ ਜਦੋਂ BJP ਤੇ RSS ਦੇ ਗੁੰਡਿਆਂ ਨੇ ਤੇ ਪੁਲਿਸ ਨਾਲ ਮਿਲ ਕੇ ਹਮਲਾ ਕੀਤਾ, ਉਹਦਾ ਟਾਕਰਾ ਵੀ ਕੀਤਾ, ਤੇ ਉਹ ਅਜੇ ਤੱਕ ਡਟੇ ਹੋਏ ਵੀ ਆ। ਸੋ ਉਹਨਾਂ ਤੋਂ ਆਸ ਕੀਤੀ ਜਾ ਸਕਦੀ ਹੈ। ਮੈਂ ਉਹਨਾਂ ਨੂੰ, ਉਹਨਾਂ ਲੀਡਰਾਂ ਨੂੰ, ਆਗੂਆਂ ਨੂੰ ਮੈਂ ਪਰਸਨਲੀ ਨਹੀਂ ਜਾਣਦਾ, ਨਾ ਮੇਰੀ ਕਦੇ ਅੱਜ ਤੱਕ ਉਹਨਾਂ ਨਾਲ ਕੋਈ ਗੱਲ ਹੋਈ ਹੈ, ਪਰ ਮੈਨੂੰ ਲੱਗਦਾ ਵੀ ਉਗਰਾਹਾਂ ਸੰਯੁਕਤ ਮੋਰਚੇ, ਸੰਯੁਕਤ ਕਿਸਾਨ ਮੋਰਚਾ ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ, ਜੇ ਤਿੰਨਾਂ ਚੋਂ ਸਭ ਤੋਂ ਵਧੀਆ ਚੁਣਨਾ ਹੋਵੇ ਤਾਂ ਸ਼ਾਇਦ ਉਹੀ ਧਿਰ ਹੋਊਗੀ। ਦੂਜੀ ਗੱਲ ਜਿਹੜੀ SFS ਤੇ DSO ਬਾਰੇ ਹੈ, SFS ਨਾਲ ਸਾਡੇ ਮਤਭੇਦ ਬਹੁਤ ਡੂੰਘੇ ਨੇ, ਇਹਦੇ ਵਿੱਚ ਕੋਈ ਸ਼ੱਕ ਨਹੀਂ, ਪਰ SFS ਦੇ ਜਿਹੜੇ ਪਿਛਲੇ ਕੁਝ ਦਿਨਾਂ ਦੇ ਤਜਰਬੇ ਨੇ ਤੇ ਜਿਹੜੇ ਉਹਨਾਂ ਦੀ ਜਿਹੜੇ ਬਿਆਨ ਆ ਰਹੇ ਨੇ ਉਹਦੇ ਦੇ, ਉਹਨਾਂ ਤੋਂ ਲੱਗਦਾ ਕਿ ਉਹਨਾਂ ਨੇ ਆਪਦੀ ਗਲਤੀ ਦਾ ਅਹਿਸਾਸ ਕੀਤਾ। ਸੋ ਕੱਲ ਉਹਨਾਂ ਦਾ ਬਿਆਨ ਆਇਆ ਦੀਪ ਸਿੱਧੂ ਦੇ ਹੱਕ ਦੇ ਵਿੱਚ, ਉਹਨਾਂ ਨੇ ਕਿਹਾ ਕਿ ਦੀਪ ਸਿੱਧੂ ਦੀ ਗ੍ਰਿਫਤਾਰੀ ਦਾ ਹਰ ਹੀਲੇ ਵਿਰੋਧ ਹੋਣਾ ਚਾਹੀਦਾ। ਸੋ 1984 ਬਾਰੇ ਵੀ ਉਹ ਇਹ ਗੱਲ ਮੰਨ ਰਹੇ ਆ, ਉਹਨਾਂ ਦੀਆਂ ਸੋਸ਼ਲ ਮੀਡੀਆ ਤੇ ਪੋਸਟਾਂ ਜਿਹੜੀਆਂ, ਉਹਨਾਂ ਤੋਂ ਪਤਾ ਲੱਗਦਾ ਵੀ ਉਹ ਮੰਨ ਰਹੇ ਆ ਕਿ 1984 ਬਾਰੇ ਸਾਨੂੰ
ਖੱਬੇ ਪੱਖੀ ਧਿਰਾਂ ਵੱਲੋਂ ਗਲਤ ਦੱਸਿਆ ਗਿਆ, ਗਲਤ ਪ੍ਰਚਾਰ ਕੀਤਾ ਗਿਆ। ਉਹ ਕਹਿੰਦੇ ਆ ਵੀ ਹੁਣ ਅਸੀਂ ਜਦੋਂ ਵੇਖਿਆ ਇਹਨਾਂ ਦਾ ਵਤੀਰਾ ਖੱਬੇ ਪੱਖੀਆਂ ਦਾ, ਤੇ ਸਾਡੀਆਂ ਅੱਖਾਂ ਖੁੱਲ ਰਹੀਆਂ, ਤੇ ਸਾਨੂੰ ਲੱਗ ਰਿਹਾ ਵੀ 84 ਦੇ ਵਿੱਚ ਵੀ ਇਹਨਾਂ ਨੇ ਸਰਕਾਰ ਦੇ ਮੁਖਬਰ ਬਣ ਕੇ ਟੌਟੀ ਵਾਲੇ ਕੰਮ ਕੀਤੇ ਹੋਣਗੇ। ਇਹ ਮੇਰੇ ਖਿਆਲ ਦੇ ਵਿੱਚ ਕਾਫੀ ਵੱਡੀ ਗੱਲ ਹੈ, ਵੱਡੀ ਡਿਵੈਲਪਮੈਂਟ ਹੈ, ਤੇ ਇਹਨੂੰ ਜੀ ਆਇਆਂ ਕਹਿਣਾ ਚਾਹੀਦਾ। ਮੇਰੇ ਖਿਆਲ ਦੇ ਵਿੱਚ ਸ਼ਾਇਦ ਇਸ ਗੱਲ ਦੀ ਸੰਭਾਵਨਾ ਹੋ ਸਕਦੀ ਹੈ ਬਈ ਕੱਲ ਨੂੰ ਉਹ ਪੰਜਾਬ ਦੇ ਪੱਖ ਦੇ ਵਿੱਚ, ਸਿੱਖਾਂ ਦੇ ਪੱਖ ਦੇ ਵਿੱਚ ਸਟੈਂਡ ਲੈ ਕੇ ਸਿੱਧੇ ਰਾਹ ਤੇ ਤੁਰ ਸਕਦੇ ਆ। ਤੇ ਮੇਰੇ ਖਿਆਲ ਦੇ ਵਿੱਚ ਜੇ ਕੋਈ ਆਉਣਾ ਚਾਹੁੰਦਾ ਸਿੱਧੇ ਰਾਹ ਤੇ, ਤਾਂ ਸਾਨੂੰ ਉਹਨਾਂ ਨੂੰ ਵੈਲਕਮ ਕਰਨਾ ਚਾਹੀਦਾ, ਨਾ ਰੱਖਣਾ ਚਾਹੀਦਾ ਪੁਰਾਣੀਆਂ ਗੱਲਾਂ ਕਰਕੇ। ਸਾਨੂੰ ਸਵਾਗਤ ਕਰਨਾ ਚਾਹੀਦਾ। ਪਰ ਇੱਕ ਗੱਲ ਹੋਰ ਹੈ, ਜਿਹੜੀ ਟੋਕਨ ਪੋਲਿਟਿਕਸ ਹੁੰਦੀ ਆ, ਉਹ ਤੋਂ ਵੇਰ ਰਹਿਣ ਬਾਰੇ ਕਿਵੇਂ ਆ ਵਿਚਾਰ? ਹਾਂਜੀ, ਟੋਕਨ ਪੋਲਿਟਿਕਸ ਕੀਤੀ ਜਾਂਦੀ ਆ ਅਜਿਹੇ ਗਰੁੱਪਾਂ ਵੱਲੋਂ ਵੀ ਜਿਨ੍ਹਾਂ ਨਾਲ ਸਾਡੇ ਮਤਭੇਦ ਵੀ ਨੇ, ਕਿ ਕੋਈ ਗੱਲ ਸੁਣ ਲਈ ਤੇ ਦਰਸਾਤਾ ਜੀ ਹਾਂਜੀ ਅਸੀਂ ਨਵੰਬਰ 84 ਦੀ ਵੀ ਗੱਲ ਕਰ ਲਈ, ਜੂਨ 84 ਦੀ ਵੀ ਗੱਲ ਕਰ ਲਈ, ਪਰ ਆਖਰ ਨੂੰ ਜਿਹੜੀ ਗੱਲ ਆ ਉਹ ਆਪਣਾ ਜਿਹੜਾ ਕੇਂਦਰੀ ਨੁਕਤਾ ਵਾ ਉੱਥੇ ਹੀ ਰੱਖਦੇ ਆ, ਜਿਹੜਾ ਖੱਬੇ ਪੱਖੀਆਂ ਦਾ ਹੁੰਦਾ। ਇਹ ਬੇਸ਼ੱਕ ਅਸੀਂ ਸਵਾਗਤ ਕਰਾਂਗੇ ਜੇ ਉਹ ਚੰਗੀ ਗੱਲ ਕਰਨਗੇ, ਤੇ ਅਸੀਂ ਕੋਈ ਤੰਗਦਿਲੀ ਇਨਸਾਨ ਨਹੀਂ ਗੇ, ਜਾਂ ਕਹਿ ਲਓ ਸਾਡੀ ਸੋਚ ਜਿਹੜੀ ਆ ਸਿੱਖੀ ਦੇ ਨਾਲ ਭੇਜੀ ਆ, ਉਹਦੇ ਨਾਲ ਜੁੜੀ ਹੋਈ ਆ, ਵੱਖ ਨਹੀਂ ਗੀ। ਸੋ ਗੱਲ ਇਹ ਆ ਕਿ ਜਿਹੜੀ ਇਹ ਚੋਣ ਵੀ ਤੁਸੀਂ ਇੱਕ ਦਿਨ ਅਵੇਅਰ ਕੀਤਾ ਸੀ, ਮੈਂ ਤਾਂ ਇਹ ਗੱਲ ਉਠਾ ਰਿਹਾ ਕਿ ਜਿਹੜੀ ਟੋਕਨ ਪੋਲਿਟਿਕਸ ਇਹ ਚੱਲਦੀ ਆ, ਉਸ ਤੋਂ ਵੀ ਅਵੇਅਰ ਕਰਨ ਦੀ ਲੋੜ ਆ ਸਾਡੇ ਬੰਦਿਆਂ ਨੂੰ। ਬਿਲਕੁਲ ਜੀ, ਜਿਹੜਾ ਹੁਣ ਤੱਕ ਕੰਮ ਚੱਲਦਾ ਰਿਹਾ ਉਹ ਟੋਕਨ ਪੋਲਿਟਿਕਸ ਬਹੁਤ ਸਾਰੇ ਖੱਬੇ ਪੱਖੀ ਗਰੁੱਪ ਆ ਜਿਹੜੇ 84 ਦੇ ਨਾਂ ਤੇ ਕਰਦੇ ਰਹੇ ਆ। ਪਰ ਉਸ ਟੋਕਨ ਪੋਲਿਟਿਕਸ ਦਾ ਫਰਕ ਸੀਗਾ, ਉਹ ਕੀ ਕਰਦੇ ਸੀ ਵੀ ਨਵੰਬਰ 84 ਦੇ ਵਿੱਚ ਜਿਹੜੇ ਸਿੱਖ ਮਾਰੇ ਗਏ ਉਹਨਾਂ ਵਾਸਤੇ ਅਸੀਂ ਇਨਸਾਫ ਦੀ ਮੰਗ ਕਰਦੇ ਹਾਂ। ਇਹ ਗੱਲ ਕਹਿਣੀ ਹੋਰ ਗੱਲ ਸੀ। ਜਿਹੜੀ ਜੂਨ 1984 ਦੇ ਵਿੱਚ ਜੋ ਕੁਝ ਵਾਪਰਿਆ, ਸ੍ਰੀ ਦਰਬਾਰ ਸਾਹਿਬ ਤੇ ਹਮਲਾ ਹੋਇਆ, ਉਹਦੇ ਬਾਰੇ ਬਹੁਤੇ ਟੋਕਨ ਪੋਲਿਟਿਕਸ ਵਾਲੇ ਵੀ ਚੁੱਪ ਹੀ ਸੀਗੇ, ਕਿਉਂਕਿ ਉਹਨੂੰ ਉਹ ਸਮਝਦੇ ਸੀਗੇ ਵੀ ਉਹ ਸ਼ਾਇਦ ਉਹਦੇ ਵਿੱਚ ਸਿੱਖ ਧਿਰਾਂ ਦਾ, ਸੰਤਾਂ ਦਾ ਕਸੂਰ ਸੀਗਾ, ਤੇ ਜਿੰਨਾ ਸਰਕਾਰ ਦਾ ਸੀ ਵੀ ਬਰਾਬਰ ਦਾ ਕਸੂਰ ਸੀ, ਇਸ ਕਰਕੇ ਖੱਬੇ ਪੱਖੀ ਧਿਰਾਂ ਨੂੰ ਪਾਸੇ ਰਹਿਣਾ ਚਾਹੀਦਾ ਜਾਂ ਦੋਵਾਂ ਨੂੰ ਕੰਡੈਮ ਕਰਨਾ ਚਾਹੀਦਾ। ਇਹ ਬਿਲਕੁਲ ਗਲਤ ਗੱਲ ਹੈ। ਹੁਣ ਮੇਰੇ ਖਿਆਲ ਦੇ ਵਿੱਚ ਜਿੰਨੀ ਕੁ ਵੈਸੇ ਸੋਸ਼ਲ ਮੀਡੀਆ ਪੋਸਟਾਂ ਤੋਂ ਆਪਾਂ ਨੂੰ ਬਹੁਤਾ ਤਾਂ ਨਹੀਂ ਪਤਾ ਲੱਗਦਾ, ਪਰ ਜੇ ਉਹ ਵਾਕਿਆ ਹੀ ਇਮਾਨਦਾਰੀ ਨਾਲ ਗੱਲਾਂ ਕਰ ਰਹੇ ਆ ਤੇ ਕੋਈ ਖੇਡ ਨਹੀਂ ਖੇਡ ਰਹੇ ਬੇਈਮਾਨੀ ਨਾਲ, ਫਿਰ ਮੇਰੇ ਖਿਆਲ ਮੈਨੂੰ ਇਹ ਲੱਗਦਾ ਕਿ ਉਹਨਾਂ ਦੀ ਸਮਝ ਆ ਜਿਹੜੀ ਉਹ ਬਦਲ ਰਹੀ ਹੈ। ਤੇ ਹੋ ਸਕਦਾ ਆਉਣ ਵਾਲੇ, ਹੋ ਸਕਦਾ ਉਹਨਾਂ ਦੀ ਘਰ ਵਾਪਸੀ ਹੋ ਜੇ 10 ਦਿਨਾਂ ਚ। ਸੋ ਸਾਨੂੰ ਜਿਹੜੇ ਉਸ ਸਥਿਤੀ ਬਾਰੇ ਅਵੇਅਰ ਰਹਿਣਾ ਚਾਹੀਦਾ। ਹੋ ਸਕਦਾ ਉਹਨਾਂ ਦੇ ਵਿੱਚ ਬੰਦੇ ਪੈ ਕੇ ਕੋਈ ਉਹਨਾਂ ਦਾ ਸਮਝੌਤਾ ਕਰਾ ਦੇਣ, ਮੁੜ ਕੇ ਫਿਰ ਉਹ ਸੰਯੁਕਤ ਕਿਸਾਨ ਮੋਰਚੇ ਦੀ ਸਟੇਜ ਤੇ ਚਲੇ ਜਾਣ, ਇਹ ਪੋਸੀਬਲ ਹੈ। ਪਰ ਜਦੋਂ ਕੋਈ ਸਥਿਤੀ ਬਣੀ ਹੁੰਦੀ ਹੈ ਗੁੰਝਲਦਾਰ, ਜਿਹੜੀ ਔਨਗੋਇੰਗ ਸਿਚੁਏਸ਼ਨ ਹੈ, ਉਹਦੇ ਵਿੱਚ ਕੁਝ ਵੀ ਵਾਪਰ ਸਕਦਾ ਹੁੰਦਾ। ਸੋ ਜੇ ਉਹ ਕਈ ਵਾਰੀ ਇੱਕ ਵਾਰੀ ਗੱਲ ਟਰੈਕ ਤੇ ਚੜ੍ਹਨ ਦੀ ਹੁੰਦੀ ਆ, ਸੋ ਜੇ ਉਹ ਇੱਕ ਵਾਰੀ ਸਹੀ ਟਰੈਕ ਤੇ ਚੜ੍ਹ ਜਾਂਦੇ ਆ ਕੋਈ ਵੀ ਧਿਰ ਹੈ ਜਿਹੜੀ, ਤੇ ਫਿਰ ਬੰਦੇ ਦੀਆਂ ਅੱਖਾਂ ਖੁੱਲਦੀਆਂ ਜਾਂਦੀਆਂ ਹੌਲੀ ਹੌਲੀ, ਫਿਰ ਉਹਨੂੰ ਸੱਚ ਦਿਸਣ ਲੱਗ ਜਾਂਦਾ। ਹਾਂਜੀ, ਅੱਛਾ, ਆਪਾਂ ਹੋਰ ਗੱਲ ਕਰ ਲਈਏ ਕਿ ਸਵਾਲਨੁਮਾ ਤੇ ਗੱਲਾਂ ਹੋ ਗਈਆਂ ਵਾ, ਕੁਝ ਸਵਾਲਾਂ ਦੇ ਉੱਤਰ ਲੈਣੇ ਹੁੰਦੇ ਆ। ਇਸ ਤੋਂ ਇਲਾਵਾ ਤੁਸੀਂ ਵਧੇਰੇ ਕੁਝ ਕਹਿਣਾ ਚਾਹੁੰਦੇ ਹੋ ਤੇ ਮੈਂ ਗੱਲ ਨੂੰ ਖੁੱਲਾ ਰੱਖ ਸਕਦਾ। ਦੇਖੋ, ਮੈਂ ਇੱਕ ਗੱਲ ਖਾਸ ਤੌਰ ਤੇ ਕਹਿਣੀ ਚਾਹੁੰਦਾ, ਜਿਹੜਾ ਇਹ ਮਸਲਾ ਨਾ ਸਾਰਾ ਦੀਪ ਸਿੱਧੂ ਦਾ, ਤੇ ਜਿਹੜੀਆਂ ਸਿੱਖ ਆਵਾਜ਼ਾਂ ਨੂੰ ਸਰਕਾਰ ਤੇ ਖੱਬੇ ਪੱਖੀ ਕਿਸਾਨ ਯੂਨੀਅਨ ਦੇ ਲੀਡਰ ਰਲ ਕੇ ਦਬਾ ਰਹੇ ਆ, ਉਹ ਮਸਲਾ ਹੈਗਾ ਸਿੱਖਾਂ ਦੀ ਕ੍ਰਿਮੀਨਲਾਈਜੇਸ਼ਨ ਦਾ, ਸਿੱਖਾਂ ਦੇ ਅਪਰਾਧੀਕਰਨ ਦਾ। ਉਹ ਅਪਰਾਧੀਕਰਨ ਦਾ ਅਮਲ ਆ ਜਿਹੜਾ, ਉਹ ਉਦੋਂ ਸ਼ੁਰੂ ਹੋਇਆ ਸੀਗਾ ਜਦੋਂ ਇੰਡੀਆ ਐਜ਼ ਅ ਨੇਸ਼ਨ ਸਟੇਟ ਇਹਦੀ ਫਾਊਂਡੇਸ਼ਨ ਧਰੀ ਗਈ, ਇਹਦੀ ਨੀਂਹ ਰੱਖੀ ਗਈ 1947 ਦੇ ਵਿੱਚ। ਤੁਹਾਨੂੰ ਯਾਦ ਹੋਊਗਾ 1947 ਦੇ ਵਿੱਚ ਇੱਕ ਸਰਕੂਲਰ ਜਾਰੀ ਕੀਤਾ ਗਿਆ ਸੀ ਜਿਹਦੇ ਵਿੱਚ ਸਿੱਖਾਂ ਨੂੰ ਜਰਾਇਮ ਪੇਸ਼ਾ ਕੌਮ ਕਿਹਾ ਗਿਆ ਸੀ। ਉਹ ਸਿੱਖਾਂ ਦੀ ਕ੍ਰਿਮੀਨਲਾਈਜੇਸ਼ਨ ਦਾ ਆਜ਼ਾਦ ਭਾਰਤ ਦੇ ਵਿੱਚ ਪਹਿਲਾ ਜਿਹੜਾ ਕਦਮ ਸੀਗਾ, ਤੇ ਉਹ ਲਗਾਤਾਰ ਪਿਛਲੇ 70-75 ਸਾਲਾਂ ਦੇ ਵਿੱਚ ਲਗਾਤਾਰ ਉਸੇ ਦਿਸ਼ਾ ਵੱਲ ਨੂੰ ਗੱਲ ਵਧ ਰਹੀ ਹੈ। ਲਗਾਤਾਰ ਇਹ 1900 ਜਿਹੜੀ ਪੰਜਾਬੀ ਸੂਬਾ ਮੋਰਚਾ ਦੌਰਾਨ ਵੀ ਬਹੁਤ ਜ਼ਿਆਦਾ ਕ੍ਰਿਮੀਨਲਾਈਜੇਸ਼ਨ ਕੀਤੀ ਗਈ ਸਿੱਖਾਂ ਦੀ। ਫਿਰ 1984 ਦੇ ਵਿੱਚ ਸਿਖਰਾਂ ਛੋ ਗਈ, ਉਸ ਤੋਂ ਬਾਅਦ ਇੱਕ ਦਹਾਕਾ ਵੀ ਚੱਲੀ ਗਈ, ਤੇ ਅੱਜ ਵੀ ਸਿੱਖਾਂ ਦੀ ਕ੍ਰਿਮੀਨਲਾਈਜੇਸ਼ਨ ਹੋ ਰਹੀ ਹੈ। ਇਹ ਇੱਕ ਬਹੁਤ ਸੂਖਮ ਪੈਂਤੜਾ ਹੁੰਦਾ ਕਿਸੇ ਸਰਕਾਰ ਕੋਲੇ, ਕਿਸੇ ਐਸਟੈਬਲਿਸ਼ਮੈਂਟ ਕੋਲੇ, ਕਿ ਜਿਹੜੀ ਧਿਰ ਨੂੰ, ਜਿਹੜੇ ਕਿਸੇ ਭਾਈਚਾਰੇ ਨੂੰ, ਜਿਹੜੇ ਸਮੂਹ ਨੂੰ ਉਹਨਾਂ ਨੇ ਗੁਲਾਮ ਬਣਾ ਕੇ ਰੱਖਣਾ ਹੈ,
ਤੇ ਉਹਨਾਂ ਦੀ ਬਰਾਬਰੀ ਦੀ ਆਜ਼ਾਦੀ ਦੀ ਆਵਾਜ਼ ਨੂੰ, ਬਰਾਬਰੀ ਲਈ ਹੱਕਾਂ ਦੀ ਆਵਾਜ਼ ਨੂੰ ਦਬਾ ਕੇ ਰੱਖਣਾ ਹੈ। ਉਹਨੂੰ ਪਹਿਲਾਂ ਇਹ ਸਾਬਤ ਕਰਨਾ ਪੈਂਦਾ ਉਹਦੇ ਸੰਬੰਧ ਦੇ ਵਿੱਚ ਕਿ ਇਹ ਤਾਂ ਜੀ ਹੈ ਹੀ ਮਾੜੇ, ਇਹ ਅਪਰਾਧੀ ਨੇ। ਤੇ ਇਸ ਗੱਲ ਦੇ ਵਿੱਚ ਸਰਕਾਰ ਦਾ ਸਭ ਤੋਂ ਵੱਡਾ ਸਾਥ ਦੇਣ ਵਾਲੀਆਂ ਸਾਡੀਆਂ ਖੱਬੇ ਪੱਖੀ ਧਿਰਾਂ ਨੇ। ਲਗਭਗ ਸਾਰੀਆਂ ਖੱਬੇ ਪੱਖੀ ਧਿਰਾਂ ਨੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਸਰਕਾਰ ਦਾ ਸਾਥ ਦਿੱਤਾ ਇਸ ਕੰਮ ਦੇ ਵਿੱਚ, ਕ੍ਰਿਮੀਨਲਾਈਜੇਸ਼ਨ ਦੇ ਵਿੱਚ। ਹੁਣ ਦੀਪ ਸਿੱਧੂ ਨਾਲ ਕੀ ਹੋਈ ਹੈ? ਦੀਪ ਸਿੱਧੂ ਨੂੰ ਦਿੱਲੀ ਆਉਣ ਤੋਂ ਪਹਿਲਾਂ ਸ਼ੰਭੂ ਮੋਰਚੇ ਦੇ ਦਿਨਾਂ ਤੋਂ ਹੀ ਉਹਨੂੰ ਕ੍ਰਿਮੀਨਲਾਈਜ਼ ਕੀਤਾ ਜਾ ਰਿਹਾ ਕਿ ਇਹ ਬੰਦਾ ਗਲਤ ਹੈ, ਇਹ ਬੰਦਾ ਐਂ ਕਰ ਰਿਹਾ, ਇਹ ਬੰਦਾ ਉਹ ਕਰ ਰਿਹਾ, ਇਹ ਪਾੜ ਪਾ ਰਿਹਾ। ਸੋ ਉਹਨੂੰ ਟਾਰਗੇਟ ਕੀਤਾ ਜਾ ਰਿਹਾ ਕਿੰਨਾ ਵੱਲੋਂ? ਸਰਕਾਰ ਵੱਲੋਂ ਵੀ ਤੇ ਖੱਬੇ ਪੱਖੀ ਧਿਰਾਂ ਵੱਲੋਂ ਵੀ। ਤੇ ਹੁਣ ਉਸ ਕ੍ਰਿਮੀਨਲਾਈਜੇਸ਼ਨ ਦਾ ਜਿਹੜਾ ਨੈਚੁਰਲ ਰਿਜ਼ਲਟ ਆਇਆ ਉਹਦੀ ਗ੍ਰਿਫਤਾਰੀ ਦੇ ਰੂਪ ਦੇ ਵਿੱਚ, ਜਦੋਂ ਸਰਕਾਰ ਲੋਕਾਂ ਦੇ ਵਿੱਚ ਇਹ ਸਥਾਪਿਤ ਕਰ ਲੈਂਦੀ ਹੈ ਜਾਂ ਲੋਕਾਂ ਦੇ ਇੱਕ ਹਿੱਸੇ ਦੇ ਵਿੱਚ ਇਹ ਸਥਾਪਿਤ ਕਰ ਲੈਂਦੀ ਹੈ ਵੀ ਫਲਾਣਾ ਬੰਦਾ ਤਾਂ ਹੈ ਹੀ ਅਪਰਾਧੀ, ਤੇ ਫਿਰ ਅਗਲਾ ਕਦਮ ਤਾਂ ਫਿਰ ਉਹਨੂੰ ਅਰੈਸਟ ਕਰਨਾ ਹੀ ਹੁੰਦਾ। ਜੀ ਇੱਕ ਗੱਲ ਹੋ ਰਿਹਾ ਕਿ ਜਿਹੜੀ ਗੱਲ ਤੁਸੀਂ ਪਹਿਲਾਂ ਕਹੀ ਕਿ 1947 ਜਾਂ 10 ਅਕਤੂਬਰ 1947 ਜੇ ਮੈਂ ਭੁੱਲਦਾ ਨਾ ਹੋਵਾਂ, ਜਦੋਂ ਸਰਕੂਲਰ ਇਹ ਜਾਰੀ ਹੋਇਆ, ਸਰਦਾਰ ਕਪੂਰ ਸਿੰਘ ਇਸ ਗੱਲ ਨੂੰ ਸਾਹਮਣੇ ਲੈ ਕੇ ਆਉਂਦੇ ਆ। ਤੇ ਇਹ ਬਿਲਕੁਲ ਏਦਾਂ ਹੀ ਆ ਨਾ ਕਿ ਤੁਸੀਂ ਵੀ ਇਸ ਗੱਲ ਨਾਲ ਸਹਿਮਤ ਹੋਵੋਗੇ ਕਿ ਅਪਰਾਧੀਕਰਨ ਦਰਸਾ ਕੇ ਵੀ ਬੰਦਾ ਅਪਰਾਧੀ ਆ, ਉਹਨੂੰ ਕਤਲ ਕਰਨ ਦਾ ਜਾਂ ਉਹਦੀ ਨਸਲਕੁਸ਼ੀ, ਸਰਵਨਾਸ਼ ਦਾ ਇੱਕ ਬੇਸ ਬਣਾਇਆ ਜਾਂਦਾ। ਇਸ ਗੱਲ ਨਾਲ ਸਹਿਮਤ ਹੋ? ਬਿਲਕੁਲ ਜੀ, ਬਿਲਕੁਲ। ਜਿਹੜਾ ਨਸਲਕੁਸ਼ੀ ਦਾ ਪਹਿਲਾ ਕਦਮ ਹੀ ਅਪਰਾਧੀਕਰਨ ਹੁੰਦਾ। ਸਭ ਤੋਂ ਪਹਿਲਾਂ ਅਪਰਾਧੀਕਰਨ ਸਾਬਤ ਕੀਤਾ ਜਾਂਦਾ, ਫਿਰ ਨਸਲਕੁਸ਼ੀ ਹੁੰਦੀ ਹੈ। ਸਿੱਖਾਂ ਦੇ ਕੇਸ ਦੇ ਵਿੱਚ ਇਹੀ ਹੋਇਆ ਕਿ ਸਿੱਖਾਂ ਦੀ ਪਹਿਲਾਂ ਕ੍ਰਿਮੀਨਲਾਈਜੇਸ਼ਨ ਹੋਈ ਤੇ ਫਿਰ ਉਹਨਾਂ ਦੀ ਨਸਲਕੁਸ਼ੀ ਵੀ ਹੋਈ 84 ਦੇ ਵਿੱਚ। ਹੁਣ ਫਿਰ ਉਹਨਾਂ ਦੀ ਕ੍ਰਿਮੀਨਲਾਈਜੇਸ਼ਨ ਹੋ ਰਹੀ ਹੈ ਤੇ ਫਿਰ ਨਵੀਂ ਨਸਲਕੁਸ਼ੀ ਦੀ ਤਿਆਰੀ ਹੈ। ਸੋ ਇਸ ਕਰਕੇ ਇਹਦੇ ਬਾਰੇ ਬਹੁਤ ਜ਼ਿਆਦਾ ਸਚੇਤ ਰਹਿਣਾ ਚਾਹੀਦਾ ਤੇ ਇਸ ਗੱਲ ਪ੍ਰਤੀ ਵੀ ਅੱਖਾਂ ਖੋਲ ਕੇ ਰੱਖਣੀਆਂ ਚਾਹੀਦੀਆਂ ਵੀ ਨਸਲਕੁਸ਼ੀ ਕੌਣ ਕਰ ਰਿਹਾ ਤੇ ਕੌਣ ਸਾਥ ਦੇ ਰਿਹਾ। ਸੋ ਉਗਰਾਹਾਂ ਗਰੁੱਪ ਦੇ ਸਟੇਜ ਤੋਂ, ਸੰਯੁਕਤ ਕਿਸਾਨ ਮੋਰਚੇ ਦੀ ਸਟੇਜ ਤੋਂ ਅੱਜ ਕੱਲ ਸਰਕਾਰ ਦੇ ਵਿਰੁੱਧ ਘੱਟ ਤੇ ਸਿੱਖਾਂ ਦੇ ਵਿਰੁੱਧ ਵੱਧ ਜ਼ਹਿਰ ਉਗਲਿਆ ਜਾ ਰਿਹਾ। ਇਹ ਕ੍ਰਿਮੀਨਲਾਈਜੇਸ਼ਨ ਹੀ ਹੈ। ਬਿਲਕੁਲ। ਇਹ ਦੀਪ ਸਿੱਧੂ ਨੂੰ ਜਦੋਂ ਇਹ ਆਰਐਸਐਸ ਦਾ ਬੰਦਾ, ਸਰਕਾਰ ਦਾ ਬੰਦਾ ਕਹਿੰਦੇ ਆ ਤੇ ਇਹ ਸਾਰਿਆਂ ਤੱਕ ਸਵਾਲ ਆ ਜਿਹੜੇ ਇੱਦਾਂ ਬੋਲਦੇ ਆ ਕਿ ਜਿਸ ਦਿਨ ਪ੍ਰੈਸ ਕਾਨਫਰੰਸ ਦੇ ਵਿੱਚ ਦੀਪ ਸਿੱਧੂ ਨੂੰ ਇਹਨਾਂ ਨੇ ਨਾਲ ਬਿਠਾਇਆ, ਜਦੋਂ ਅਜੇ ਸ਼ੰਭੂ ਮੋਰਚਾ ਵੀ ਨਹੀਂ ਸੀ ਲੱਗਾ, ਗੱਲ ਅਜੇ ਤੁਰਨੀ ਸੀ, ਇਹ ਉਸ ਨੂੰ ਮਾੜਾ ਕਹਿਣ ਵਾਲੇ ਦੱਸਣ ਕਿ ਕੀ ਉਸ ਦਿਨ ਉਹ ਆਰਐਸਐਸ ਦਾ ਬੰਦਾ ਨਹੀਂ ਸੀ? ਜੇ ਉਹ ਆਰਐਸਐਸ ਦਾ ਬੰਦਾ ਤੁਸੀਂ ਨਾਲ ਕਿਉਂ ਬਿਠਾਇਆ? ਇਹ ਜਦੋਂ ਕਿਸੇ ਨਾਲ ਸਹਿਮਤੀ ਬਣ ਜਾਂਦੀ ਆ ਉਦੋਂ ਉਸ ਨੂੰ ਮਾੜਾ ਕਹਿਣ ਲੱਗ ਜਾਂਦੇ ਆ। ਇਹ ਮਨੁੱਖੀ ਮਨ ਦੀ ਵੀ ਗੱਲ ਆ ਨਾ ਕਿ ਮਨੁੱਖੀ ਸਮਝ ਆ ਕਿ ਜਿਹਦੇ ਨਾਲ ਬਣਦੀ ਆ ਉਹਦੀਆਂ ਫਿਰ ਸਿਫਤਾਂ ਹੀ ਹੁੰਦੀਆਂ, ਜਦੋਂ ਵਿਗੜ ਜਾਂਦੀ ਆ ਫਿਰ ਉਹਦੇ ਗੁਣ ਵੀ ਉਹਦੇ ਔਗਣ ਬਣ ਜਾਂਦੇ। ਇਹ ਦੇਖੋ ਜੀ, ਜਿਹੜੇ ਪੰਜਾਬ ਦੇ ਖੱਬੇ ਪੱਖੀ ਧਿਰਾਂ ਨੇ ਉਹਨਾਂ ਦੀ ਇਹੋ ਜਿਹੀ ਮੌਕਾ ਪ੍ਰਸਤੀ ਉਹਨਾਂ ਦੀ ਖਸਲਤ ਦਾ ਇੱਕ ਹਿੱਸਾ ਬਣੀ ਹੋਈ ਆ। ਮੈਂ ਇੱਕ ਦੋ ਉਦਾਹਰਨਾਂ ਤੁਹਾਨੂੰ ਹੋਰ ਦੇ ਦਿੰਦਾ। ਉਗਰਾਹਾਂ ਗਰੁੱਪ ਨੇ ਜਦੋਂ ਮੋਰਚਾ ਸ਼ੁਰੂ ਹੋਇਆ, ਗਾਇਕ ਉਹਨਾਂ ਦੀ ਸਟੇਜ ਤੇ ਉਹਨਾਂ ਦੇ ਧਰਨੇ ਦੇ ਵਿੱਚ ਗਏ ਤੇ ਉਹਨਾਂ ਨੇ ਕਈ ਗਾਇਕਾਂ ਦੀ ਚੰਗੀ ਬੇਇੱਜ਼ਤੀ ਕੀਤੀ ਕਿ ਅਸੀਂ ਨਹੀਂ ਜੀ ਤੁਹਾਨੂੰ ਬੁਲਾਉਣਾ, ਤੁਸੀਂ ਕੌਣ ਹੈ, ਤੁਸੀਂ ਬਹਿ ਕੇ ਸਾਡੇ ਵਿਚਾਰ ਸੁਣੋ। ਉਹੀ ਉਗਰਾਹਾਂ ਗਰੁੱਪ ਉਹਨਾਂ ਹੀ ਗਾਇਕਾਂ ਨੂੰ ਅੱਜ ਸਟੇਜ ਤੋਂ ਥਾਂ ਦੇ ਰਿਹਾ। ਕਿਉਂ? ਹੁਣ ਅਸੂਲ ਬਦਲ ਗਏ ਤੁਹਾਡੇ। ਜਿਹੜਾ ਉਗਰਾਹਾਂ ਗਰੁੱਪ ਕਹਿੰਦਾ ਅਸੀਂ ਦਿੱਲੀ ਨਹੀਂ ਜਾਣਾ, ਨਾਕੇ ਨਹੀਂ ਤੋੜਨੇ, ਉਹੀ ਉਗਰਾਹਾਂ ਗਰੁੱਪ ਅੱਜ ਦਿੱਲੀ ਬੈਠਾ। ਸੋ ਇਸ ਕਰਕੇ ਜਿਹੜੀ ਇਹਨਾਂ ਦੀ ਇਹੋ ਜਿਹੀ ਬੇਅਸੂਲੀ ਤੇ ਬੇਈਮਾਨੀ ਆ ਜਿਹੜੀ, ਉਹ ਇਹਨਾਂ ਦੀ ਖਸਲਤ ਦਾ ਹਿੱਸਾ। ਜਿਹੜੇ ਭੋਲੇ ਲੋਕ ਇਹਨਾਂ ਨਾਲ ਜੁੜੇ ਹੋਏ ਆ ਉਹਨਾਂ ਤੇ ਤਾਂ ਤਰਸ ਕੀਤਾ ਜਾ ਸਕਦਾ ਕਿ ਉਹਨਾਂ ਨਾਲ ਧੋਖਾ ਪਿਛਲੇ ਬਹੁਤ ਸਾਲਾਂ ਤੋਂ ਹੋ ਰਿਹਾ। ਨਾ ਇਹਨਾਂ ਦੀ ਸਿਆਸਤ ਦੇ ਵਿੱਚੋਂ ਕੁਝ ਨਿਕਲਿਆ ਤੇ ਨਾ ਨਿਕਲ। ਆਪਾਂ ਫਿਰ ਗੱਲ ਨੂੰ ਉਸੇ ਪਾਸੇ ਲੈ ਜਾਈਏ ਕਿ ਭਵਿੱਖ ਦੀ ਰਣਨੀਤੀ ਬਾਰੇ। ਇਸ ਸਮੇਂ ਦੀ ਲੋੜ ਆ ਕਿ ਲੋਕ ਜਿਹੜੇ ਨੇ ਪਿੰਡਾਂ ਥਾਵਾਂ ਦੇ ਵਿੱਚ, ਸ਼ਹਿਰਾਂ ਕਸਬਿਆਂ, ਸਾਰੀ ਥਾਵਾਂ ਦੇ ਉੱਤੇ ਦੀਪ ਸਿੱਧੂ ਦੀ ਜਿਹੜੀ ਗ੍ਰਿਫਤਾਰੀ ਉਹਦਾ ਵਿਰੋਧ ਕਰਨ। ਇਸ ਦੇ ਨਾਲ ਜਿਹੜੇ 128 ਬੰਦੇ ਫੜੇ ਗਏ ਆ ਉਹਨਾਂ ਦੀ ਰਿਹਾਈ ਦੀ ਆਵਾਜ਼ ਬੁਲੰਦ ਕਰਨ, ਕਿਉਂਕਿ ਏਦਾਂ ਕੀਤਿਆਂ ਜੁਡੀਸ਼ਰੀ ਤੇ ਅਸਰ ਜਾਂਦਾ, ਸਟੇਟ ਤੱਕ ਖਬਰ ਜਾਂਦੀ ਆ ਉਹਨਾਂ ਦੀ ਏਜੰਸੀਆਂ ਦੇ ਰਾਹੀਂ ਕਿ ਲੋਕ ਇਸ ਗੱਲ ਦਾ ਵਿਰੋਧ ਕਰ ਰਹੇ ਆ ਤੇ ਲੋਕਾਂ ਦੇ ਵਿੱਚ ਇਸ ਪ੍ਰਤੀ ਗੁੱਸਾ ਵਾ। ਤੇ ਜੇ ਅਸੀਂ ਬਿਲਕੁਲ ਸਾਹ ਸੱਤਹੀਣ ਹੋ ਗਏ ਤੇ ਇਹੋ ਹੀ ਤਾਂ ਸਟੇਟ ਚਾਹੁੰਦੀ ਆ ਕਿ ਤੁਸੀਂ ਕੋਈ ਗੱਲ ਹੀ ਨਾ ਕਰੋ। ਸੋ ਜਿੱਥੇ ਪਹਿਲਾਂ ਵੀ ਅਸੀਂ ਵਿਚਾਰ ਕੀਤੀ ਆ, ਮੈਂ ਸਰਦਾਰ ਪ੍ਰੋਫੈਸਰ ਰਣਬੀਰ ਸਿੰਘ ਹੁਣਾਂ ਨਾਲ, ਕਿ ਆਪੋ ਆਪਣੇ ਪਿੰਡਾਂ ਥਾਵਾਂ ਤੇ ਇਹ ਕੋਈ ਮਾਇਨਾ ਨਹੀਂ ਰੱਖਦਾ ਕਿ ਤੁਸੀਂ 1000 ਬੰਦਾ ਹੋ ਕਿ 5 ਬੰਦੇ ਹੋ, ਤੁਹਾਡਾ ਖੜਨਾ ਮਾਇਨਾ ਰੱਖਦਾ। ਤੁਹਾਡਾ ਇੱਕ ਬੰਦੇ ਦਾ ਖਲੋ ਜਾਣਾ ਵੀ ਨਾ
ਸਾਹਮਣੇ ਉਹ ਮਾਇਨਾ ਰੱਖਦਾ। ਇਤਿਹਾਸ ਦੇ ਵਿੱਚ ਬਾਬਾ ਬੋਤਾ ਸਿੰਘ, ਬਾਬਾ ਗਰਜਾ ਸਿੰਘ, ਚਾਹੇ ਉਹ ਹਕੂਮਤ ਦੇ ਇਹਨਾਂ ਜੋ ਕੁਛ ਉਦੋਂ ਚੱਲ ਰਿਹਾ ਸੀ, ਜਦੋਂ ਕਹਿੰਦੇ ਸੀ ਕਿ ਅਸੀਂ ਸਾਰੇ ਸਿੱਖ ਖਤਮ ਕਰ ਦਿੱਤੇ ਆ, ਉਹ ਫਿਰ ਸਿੰਘ ਇਹ ਗੱਲ ਸੁਣਦੇ ਸੀ ਤੇ ਉਹ ਮੈਦਾਨ 'ਚ ਆ ਗਏ ਤੇ ਉਹਨਾਂ ਨੇ ਇਤਿਹਾਸ ਸਿਰਜਿਆ। ਇਹ ਜਿਹੜੀਆਂ ਸੰਕੇਤਕ ਗੱਲਾਂ ਆਪਾਂ ਇਤਿਹਾਸ ਤੋਂ ਲੈਣੀਆਂ ਹੁੰਦੀਆਂ ਤੇ ਅੱਗੇ ਵਧਣਾ ਹੁੰਦਾ। ਸੋ ਆਪਾਂ ਸਿੰਘ ਜੀ ਅੱਗੇ ਗੱਲ ਕਰੀਏ ਹੋਰ ਇਸ ਤੋਂ ਅੱਗੇ, ਕਿ ਤੁਸੀਂ ਹੋਰ ਖੋਲ ਕੇ ਰੱਖੋ ਗੱਲ ਨੂੰ ਰਣਨੀਤੀ ਬਾਰੇ। ਦੇਖੋ ਜੀ, ਪਿਛਲੇ ਸਮੇਂ ਦੌਰਾਨ ਦੋ ਮੋਰਚੇ ਜਿਹੜੇ ਉਹ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਲੜੇ ਗਏ ਆ। ਇੱਕ ਨਾਨਕ ਸ਼ਾਹ ਫਕੀਰ ਫਿਲਮ ਦੇ ਵਿਰੁੱਧ ਤੇ ਦੂਜਾ ਉੱਤੇ ਭੰਗੜੇ ਵਾਲੇ ਬੁੱਤਾਂ ਦੇ ਵਿਰੁੱਧ। ਹਾਂਜੀ, ਉਹਨਾਂ ਦੇ ਵਿੱਚ ਗਿਣਤੀ ਪੱਖੋਂ ਜੇ ਅਸੀਂ ਉਹਦਾ ਕਿਸਾਨ ਮੋਰਚੇ ਦੇ ਨਾਲ ਤੁਲਨਾ ਕਰੀਏ ਤਾਂ ਗਿਣਤੀ ਕੁਛ ਵੀ ਨਹੀਂ ਸੀ। ਹਾਂਜੀ, ਬਹੁਤ ਘੱਟ, ਕੁਛ ਦਰਜਨਾਂ ਬੰਦੇ ਸੀਗੇ। ਪਰ ਫਿਰ ਵੀ ਉਹਨਾਂ ਮੋਰਚਿਆਂ ਦੇ ਵਿੱਚ ਲਗਭਗ ਜਿੱਤ ਪ੍ਰਾਪਤ ਹੋਈ ਆ। ਬਿਲਕੁਲ। ਸੋ ਇਸ ਕਰਕੇ ਜਿਹੜੀ ਕਈ ਵਾਰੀ ਇਹ ਨਹੀਂ ਵੇਖਣਾ ਹੁੰਦਾ ਵੀ ਗਿਣਤੀ ਕਿੰਨੀ ਹੈ, ਕਈ ਵਾਰੀ ਇਹ ਵੇਖਣਾ ਹੁੰਦਾ ਗਾ ਵੀ ਇਹ ਹੋਊਗਾ ਕਿ ਨਹੀਂ ਹੋਊਗਾ। ਬਹਿ ਕੇ ਘਰੇ ਸੋਚਣਾ ਨਹੀਂ ਹੁੰਦਾ ਵੀ ਇਹਦਾ ਨਤੀਜਾ ਕੀ ਨਿਕਲੂਗਾ। ਕਈ ਕੰਮ ਹੀ ਕਰਨਾ ਹੁੰਦਾ ਕਿ ਜਾ ਕੇ ਉੱਥੇ ਹਾਜ਼ਰੀ ਲਵਾਉਣੀ ਹੁੰਦੀ ਹੈ। ਜਿਹੜਾ ਆਪਦਾ ਰੋਸ ਆ ਉਹ ਪ੍ਰਗਟਾਉਣਾ ਹੁੰਦਾ, ਆਪਦਾ ਰੋਹ ਆ ਉਹ ਦਰਜ ਕਰਾਉਣਾ ਹੁੰਦਾ। ਸੋ ਉਹਦੇ ਨਾਲ ਕਈ ਵਾਰੀ ਗੱਲ ਸਾਨੂੰ ਕਈ ਵਾਰੀ ਪਤਾ ਵੀ ਨਹੀਂ ਲੱਗਦਾ। ਕਈ ਵਾਰੀ ਇੰਨੀਆਂ ਹੈਰਾਨੀਜਨਕ ਗੱਲਾਂ ਹੁੰਦੀਆਂ ਵੀ ਏਡੀ ਵੱਡੀ ਲਹਿਰ ਬਣ ਜਾਂਦੀ ਹੈ ਕਿ ਉਹਨੂੰ ਸ਼ੁਰੂ ਕਰਨ ਵਾਲੇ ਲੋਕਾਂ ਨੂੰ ਵੀ ਪਤਾ ਨਹੀਂ ਹੁੰਦਾ ਕਿ ਏਡੀ ਵੱਡੀ ਲਹਿਰ ਬਣ ਜੂਗੀ। ਇਹ ਕਿਸਾਨ ਮੋਰਚਾ ਦੀ ਇੱਕ ਉਦਾਹਰਨ ਹੈ। ਪੰਜਾਬ ਦੇ ਵਿੱਚ ਪਿਛਲੇ ਸਮੇਂ ਦੌਰਾਨ ਜਿੰਨੀਆਂ ਵੱਡੀਆਂ ਲਹਿਰਾਂ ਚੱਲੀਆਂ, ਭਾਵੇਂ ਉਹ ਵਾਲੇ ਦੇ ਖਿਲਾਫ ਹੋਵੇ, ਭਾਵੇਂ ਉਹ ਭਾਈ ਰਾਜੋ ਉਹਨਾਂ ਦੀ ਫਾਂਸੀ ਵੇਲੇ ਹੋਵੇ, ਭਾਵੇਂ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਵਿਰੁੱਧ ਹੋਵੇ, ਉਹ ਸਾਰੀਆਂ ਦੀਆਂ ਸਾਰੀਆਂ ਨੇ ਰਾਜਨੀਤੀ ਦੇ ਵਿਸ਼ਲੇਸ਼ਕ ਆ ਜਿਹੜੇ ਪੰਜਾਬ ਦੀ ਰਾਜਨੀਤੀ ਦੇ, ਉਹਨਾਂ ਨੂੰ ਹੈਰਾਨ ਕੀਤਾ ਵੀ ਇਸ ਮਸਲੇ ਤੇ ਐਡੀ ਵੱਡੀ ਗਿਣਤੀ ਦੇ ਵਿੱਚ ਲੋਕ ਉੱਠ ਖੜੇ ਹੋਏ। ਅਸੀਂ ਤਾਂ ਕਦੇ ਸੋਚਿਆ ਹੀ, ਇਹਨਾਂ ਦੀ ਤਾਂ ਕੋਈ ਜਥੇਬੰਦੀ ਵੀ ਹੈ ਨਹੀਂ ਸੀ, ਇਹ ਤਾਂ ਖਿੰਡਰੇ ਹੋਏ ਲੋਕ ਸੀ। ਪਰ ਫਿਰ ਵੀ ਇਸ ਗੱਲ ਦੀਆਂ ਮਿਸਾਲਾਂ ਮਿਲਦੀਆਂ ਤੇ ਇਹ ਲਗਾਤਾਰ ਪੰਜਾਬ ਇਹ ਕੰਮ ਕਰ ਰਿਹਾ ਤੇ ਆਗੂ ਹੀਣਾ ਪੰਜਾਬ ਜਿਹੜਾ ਉਹ ਲਗਾਤਾਰ ਉੱਠ ਰਿਹਾ। ਪਰ ਮੈਨੂੰ ਮੈਂ ਕੋਈ ਨਿਰਾਸ਼ਾ ਤਾਂ ਨਹੀਂ ਫੈਲਾਉਣੀ ਚਾਹੁੰਦਾ, ਪਰ ਇਹ ਸਾਰੀ ਸਥਿਤੀ ਵੇਖ ਕੇ ਵਾਰ-ਵਾਰ ਸ਼ਾਹ ਮੁਹੰਮਦ ਦੀਆਂ ਲਾਈਨਾਂ ਜਿਹੜੀਆਂ ਉਹ ਚੇਤੇ ਆਉਂਦੀਆਂ ਕਿ ਸ਼ਾਹ ਮੁਹੰਮਦ ਦਾ ਇੱਕ ਸਰਕਾਰ ਵਜੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ। ਜਿਹੜੀ ਉਹ ਸਥਿਤੀ ਆ ਜਿਹੜੀ ਉਹ ਲਗਭਗ ਹਰ ਵਾਰੀ ਸਾਡੇ ਸੰਘਰਸ਼ਾਂ ਦੇ ਨਾਲ ਬਣ ਜਾਂਦੀ ਹੈ। ਸੋ ਲਗਾਤਾਰ ਉਹ ਸਥਿਤੀ ਬਣੀ ਹੋਈ ਆ। ਉਹਦਾ ਹੱਲ ਸੋਚਣ ਵਾਸਤੇ ਹੀ ਸਾਨੂੰ ਵੱਡੀ ਰਣਨੀਤੀ ਦੀ ਲੋੜ ਆ। ਕਈ ਵਾਰੀ ਜਿਹੜੀ ਰਣਨੀਤੀ ਹੈ ਉਹਦੀਆਂ ਬਹੁਤੀਆਂ ਗੱਲਾਂ ਜਿਹੜੀਆਂ ਉਹ ਉਵੇਂ ਪਬਲਿਕਲੀ ਕੀਤੀਆਂ ਵੀ ਨਹੀਂ ਜਾ ਸਕਦੀਆਂ ਹੁੰਦੀਆਂ। ਸੋ ਇੱਕ ਜਿਵੇਂ ਆਊਟਲਾਈਨ ਜੀ ਦਿੱਤੀ ਜਾ ਸਕਦੀ ਹੁੰਦੀ ਆ, ਉਹਦੇ ਚ ਪਹਿਲਾ ਕਦਮ ਜਿਹੜਾ ਉਹ ਇਕੱਤਰ ਹੋਣਾ। ਸੋ ਇਕੱਤਰ ਹੋਣ ਵਾਸਤੇ ਵੀ ਸਾਨੂੰ ਇਹ ਨੀਗਾ ਵੀ ਸਾਨੂੰ ਖਾਲਸਾ ਸਾਜਨਾ ਦਿਵਸ ਦੀ ਉਡੀਕ ਕਰਨੀ ਪਵੇ। ਸੋ ਫੌਰੀ ਤੌਰ ਤੇ ਵੀ ਇਕੱਤਰ ਹੋਇਆ ਜਾ ਸਕਦਾ। ਆਪਦੇ ਘਰ ਦੇ ਨੇੜਲੇ ਗੁਰੂ ਘਰਾਂ ਦੇ ਵਿੱਚ ਮੀਟਿੰਗ ਸੱਦੀ ਜਾ ਸਕਦੀ ਹੈ ਤੇ ਉੱਥੋਂ ਜ਼ਿਲ੍ਹਾਵਾਰ ਆ ਜਿਹੜਾ ਉਹ ਧਰਨਿਆਂ ਦਾ ਪ੍ਰੋਗਰਾਮ ਉਹ ਸ਼ੁਰੂ ਕੀਤਾ ਜਾ ਸਕਦਾ। ਮੇਰੇ ਖਿਆਲ ਚ ਅੱਜ ਇਸ ਗੱਲ ਦੀ ਲੋੜ ਆ ਜਿਹਦੇ ਤੇ ਅੱਜ ਹੀ ਅਮਲ ਕਰਨ ਦੀ ਲੋੜ ਆ। ਫੇਰ ਹੀ ਜਿਹੜੇ ਗ੍ਰਿਫਤਾਰ ਕੀਤੇ ਨੌਜਵਾਨ ਸਮੇਤ ਦੀਪ ਸਿੱਧੂ ਦੇ, ਉਹਨਾਂ ਦੇ ਹੱਕ ਦੇ ਵਿੱਚ ਆਵਾਜ਼ ਆ ਜਿਹੜੀ ਉਹ ਬੁਲੰਦ ਹੋਊਗੀ। ਆਪਾਂ ਨਾ ਜਾਂਦੇ ਜਾਂਦੇ ਤਕਰੀਬਨ ਗੱਲ ਨੂੰ ਹੁਣ ਵਾਧੇ ਪਾ ਦੇਣਾ ਵਾ। ਪੰਥ ਦੀ ਗੱਲ ਤੇ ਸਦਾ ਚੱਲਦੀ ਰਹਿਣੀ, ਆਪਾਂ ਇਸ ਗੱਲ ਨੂੰ ਛੇਤੀ ਸਮੇਟਣਾ। ਜਿਹੜਾ ਸਿੱਖਾਂ ਦਾ ਇਸ ਸਿਆਸਤ ਚੋਂ ਲਾਂਭੇ ਹੋ ਜਾਣਾ, ਸਿੱਖਾਂ ਨੂੰ ਡੀਰੇਲ ਕਰ ਦੇਣਾ, ਸਾਡਾ ਆਗੂ ਨਾ ਹੋਣਾ, ਆਗੂ ਦਾ ਨਾਂ ਬਚਣਾ, ਸਾਡੇ ਆਗੂਆਂ ਦਾ ਸ਼ਹੀਦ ਕਰ ਦੇਣਾ, ਸਾਡੀ ਨਵੀਂ ਲੀਡਰਸ਼ਿਪ ਜਿਹੜੀ ਉੱਠ ਰਹੀ ਸੀ ਉਹਨੂੰ ਖਤਮ ਕਰਨਾ। ਇਹਨੂੰ ਥੋੜਾ ਜਿਹਾ ਆਪਣੇ ਲਫ਼ਜ਼ਾਂ 'ਚ ਦੱਸੋ ਕਿ ਜਿਹੜੇ ਸਾਡੇ ਜਾਣਕਾਰ ਨੇ ਨਾ ਸੁਣਨ ਵਾਲੇ, ਉਹ ਬਿਲਕੁਲ ਨੌਜਵਾਨ ਆ। ਉਹ ਨੌਜਵਾਨ ਨਹੀਂ ਆ ਜਿਹੜੀ ਸਨ 1998 2000 ਜਾਂ ਇਹਦੇ ਨੇੜੇ ਤੇੜੇ ਪੈਦਾ ਹੋਈ ਆ। ਉਹਨਾਂ ਨਾ ਤੇ ਉਹ ਦਿਨ ਵੇਖੇ ਆ, ਨਾ ਮਹਿਸੂਸ ਕੀਤੇ ਆ। ਇਹ ਜਦੋਂ ਆਹ ਗੱਲ ਤੁਰਦੀ ਆ ਨਾ ਤੇ ਉਹ ਸਾਡੇ ਰਾਹੀਂ ਜਾਂ ਜਿਹੜੇ ਬੰਦੇ ਪੁਰਾਣੇ ਗੱਲਾਂ ਕਰਦੇ ਆ ਉਹਨਾਂ ਰਾਹੀਂ ਉਹ ਗੱਲਾਂ ਸੁਣਦੇ, ਸਿੱਖਦੇ, ਸਮਝਦੇ ਆ। ਥੋੜਾ ਜਿਹਾ ਆਪਣੇ ਲਫ਼ਜ਼ਾਂ 'ਚ ਦੱਸੋ ਕਿ ਸਟੇਟ ਨੇ ਸਿੱਖਾਂ ਦੀ ਜਿਹੜੀ ਲੀਡਰਸ਼ਿਪ ਆ ਉਹਨੂੰ ਖਤਮ ਕਿਵੇਂ ਕੀਤਾ? ਦੇਖੋ, ਜਿਹੜਾ ਸਿੱਖਾਂ ਦਾ ਜੈਨੋਸਾਈਡ ਆ, ਪਹਿਲੀ ਤਾਂ ਗੱਲ ਉਹਨੂੰ ਸਮਝਣ ਦੀ ਲੋੜ ਆ। ਉਸ ਜੈਨੋਸਾਈਡ ਦੇ 3 ਪੜਾਅ ਹੋਏ ਆ ਇੰਡੀਆ ਦੇ ਵਿੱਚ। ਪਹਿਲਾ ਪੜਾਅ ਉਹਦਾ ਸੀਗਾ ਸ੍ਰੀ ਦਰਬਾਰ ਸਾਹਿਬ ਤੇ ਹਮਲਾ ਤੇ ਉਹਦੇ ਨਾਲ ਹੀ ਆਪਰੇਸ਼ਨ ਵੁਡਰੋਜ਼ ਜੀ। ਦੂਜਾ ਉਹਦਾ ਪੜਾਅ ਸੀਗਾ ਨਵੰਬਰ 84। ਤੀਜਾ ਉਹਦਾ ਸਭ ਤੋਂ ਅਹਿਮ ਜਿਹੜਾ ਘੱਟ ਸਮਝਿਆ ਗਿਆ ਪੜਾਅ ਉਹ ਸੀਗਾ 1984 ਤੋਂ ਲੈ ਕੇ 92-93 ਤੱਕ ਜਿਹੜੀ ਸਿੱਖਾਂ ਦੀ ਐਕਸਟਰਾ ਜੁਡੀਸ਼ੀਅਲ ਕਿਲਿੰਗਸ ਦੇ ਰੂਪ ਦੇ ਵਿੱਚ ਨਸਲਕੁਸ਼ੀ ਹੋਈ ਹੈ। ਇਹ ਜਿਹੜੀ 1984 ਤੋਂ 93 ਤੱਕ ਜਿਹੜੀ ਨਸਲਕੁਸ਼ੀ ਦਾ ਦੌਰ ਚੱਲਿਆ ਨਾ, ਇਹਦੇ ਦੌਰਾਨ ਸਟੇਟ ਨੇ ਇੱਕ ਮੈਥਡ ਅਪਣਾਇਆ
ਉਹ ਮੈਥਡ ਇਹ ਸੀ ਕਿ ਪਹਿਲਾਂ ਨੌਜਵਾਨਾਂ ਨੂੰ ਆਇਡੈਂਟੀਫਾਈ ਕਰਨਾ ਹੈ ਕਿ ਕਿੰਨਾ ਨੌਜਵਾਨਾਂ ਦੇ ਵਿੱਚ ਸਿੱਖੀ ਪ੍ਰਤੀ ਜਜ਼ਬਾ ਹੈਗਾ, ਤੇ ਫਿਰ ਉਹਨਾਂ ਨੂੰ ਖਤਮ ਕਰਨਾ। ਭਾਵੇਂ ਉਹ ਨੌਜਵਾਨ ਕਿਸੇ ਖਾੜਕੂ ਗਤੀਵਿਧੀ ਦੇ ਵਿੱਚ ਸ਼ਾਮਲ ਸੀਗੇ ਜਾਂ ਨਹੀਂ ਸੀਗੇ, ਇਹ ਗੱਲ ਮੈਟਰ ਨਹੀਂ ਸੀ ਕਰਦੀ। ਸੋ ਉਸ ਸੰਬੰਧ ਦੇ ਵਿੱਚ ਮੈਂ ਇੱਕ ਕਿਤਾਬ ਨਾ ਆਪਣੇ ਕੈਲੀਫੋਰਨੀਆ ਤੋਂ ਪ੍ਰੋਫੈਸਰ ਨੇ ਬ੍ਰਾਇਨ ਐਕਸਲ, ਉਹਨਾਂ ਨੇ ਇੱਕ ਸਿੱਖਾਂ ਦੀ ਲਹਿਰ ਦੇ ਉੱਤੇ ਕਿਤਾਬ ਲਿਖੀ ਹੈ, ਨੇਸ਼ਨਸ ਟਾਰਚਰਡ ਬੋਡੀ। ਵਧੀਆ ਕਿਤਾਬ ਆ। ਉਹਦੇ ਵਿੱਚ ਉਹਨਾਂ ਨੇ ਪੰਜਾਬ ਜਾ ਕੇ ਵੀ ਰਿਸਰਚ ਕੀਤੀ ਸੀ ਉਹ ਕਿਤਾਬ ਲਿਖਣ ਲਈ। ਉਹ ਕਿਤਾਬ ਆਈ ਸੀਗੀ ਮੇਰੇ ਖਿਆਲ 1996 ਦੇ ਵਿੱਚ। ਸੋ ਮੂਵਮੈਂਟ ਦੇ ਦਿਨਾਂ ਦੇ ਵਿੱਚ ਉਹਨਾਂ ਨੇ ਜਦੋਂ ਰਿਸਰਚ ਕੀਤੀ ਤੇ ਪੰਜਾਬ ਦੇ ਵਿੱਚ ਵੀ ਉਹਨਾਂ ਨੇ ਚੱਕਰ ਲਾਏ ਸੀ। ਉਸ ਕਿਤਾਬ ਦੇ ਵਿੱਚ ਉਹਨਾਂ ਨੇ ਇੱਕ ਗੱਲ ਲਿਖੀ ਹੈ ਕਿ ਉਹਨੇ ਆਪਣਾ ਫਿਰੋਜ਼ਪੁਰ ਜ਼ਿਲ੍ਹੇ ਦੇ SSP ਨਾਲ ਮੀਟਿੰਗ ਕੀਤੀ, ਉਹਦੇ ਨਾਲ ਗੱਲਬਾਤ ਕੀਤੀ, ਬਈ ਮੈਨੂੰ ਦੱਸੋ ਜੀ ਜਿਹੜੀ ਲਹਿਰ ਇੱਥੇ ਚੱਲ ਰਹੀ ਹੈ ਖਾਲਿਸਤਾਨ ਦੀ, ਇਹਦੇ ਬਾਰੇ ਦੱਸੋ। ਤੇ ਉਹਨੇ ਨਾਲ ਪੁੱਛਿਆ SSP ਨੂੰ ਕਿ ਤੁਸੀਂ ਕਿਹਨੂੰ ਖਾੜਕੂ ਸਮਝਦੇ ਆ, ਕੌਣ ਖਾੜਕੂ, ਤੁਹਾਨੂੰ ਕਿਵੇਂ ਪਤਾ ਲੱਗਦਾ ਵੀ ਇਹ ਬੰਦਾ ਖਾੜਕੂ ਆ। ਤੇ SSP ਉਹਨੂੰ ਕਹਿੰਦਾ ਕਿ ਅਸੀਂ ਜੀ ਜਿਹੜਾ ਬੰਦੇ ਨੇ ਅੰਮ੍ਰਿਤ ਛਕਿਆ ਪਿਆ ਅਸੀਂ ਉਹਨੂੰ ਖਾੜਕੂ ਸਮਝਦੇ ਆ ਤੇ ਉਹਨੂੰ ਅਸੀਂ ਚੱਕ ਲਏ। ਇਹ ਗੱਲ ਕਿਤਾਬ ਦੇ ਵਿੱਚ ਨੇਸ਼ਨਸ ਟਾਰਚਰਡ ਬੋਡੀ ਦੇ ਵਿੱਚ ਉਹਨੇ ਆਪ ਲਿਖੀ ਹੈ ਤੇ ਉਹਦੀ ਆਪ ਦੀ ਹੱਡ ਬੀਤੀ ਹੈ। ਸੋ ਇਹ ਤਰੀਕਾ ਸੀਗਾ ਵੀ ਜਿਹੜਾ ਵੀ ਅੰਮ੍ਰਿਤਧਾਰੀ ਨੌਜਵਾਨ ਹੁੰਦਾ ਸੀ ਉਹਨੂੰ ਸਟੇਟ ਆਪ ਦਾ ਦੁਸ਼ਮਣ ਸਮਝਦੀ ਸੀ ਤੇ ਉਹਨੂੰ ਚੱਕ ਕੇ ਖਤਮ ਕਰ ਦਿੱਤਾ ਜਾਂਦਾ ਸੀ। ਉਹਨਾਂ ਨੌਜਵਾਨਾਂ ਦੇ ਵਿੱਚੋਂ ਹੀ ਸਿੱਖਾਂ ਦੀ ਲੀਡਰਸ਼ਿਪ ਉੱਭਰਨੀ ਸੀ। ਇਸ ਗੱਲ ਦੀ ਸਮਝ ਆ ਜਿਹੜੀ ਉਹ ਸਟੇਟ ਨੂੰ ਬਹੁਤ ਜ਼ਿਆਦਾ ਸੀ ਤੇ ਇਸ ਤਰੀਕੇ ਨਾਲ ਜਿਹੜੀ ਨੌਜਵਾਨ ਇੱਕ ਖਲਾਅ ਪੈਦਾ ਹੋ ਗਿਆ ਉਹ ਨੌਜਵਾਨੀ ਦਾ ਪੂਰਾ ਖਤਮ ਹੋਣ ਦੇ ਨਾਲ, ਜਿਹਦੇ ਕਰਕੇ ਅੱਜ ਅਸੀਂ ਆਗੂਹੀਣ ਹੋਏ ਪਏ ਹਾਂ। ਪਰ ਜੇ ਤੁਹਾਡੀ ਇਸ ਗੱਲ ਤੇ ਦੋਹਰੇ ਸਵਾਲ ਉਠਾਉਣਾ ਹੋਵੇ ਤਾਂ ਗੱਲ ਇਹ ਤੁਸੀਂ ਕਹਿ ਰਹੇ ਹੋ 84 ਤੋਂ ਲੈ ਕੇ 95 ਤੱਕ ਦੀ 15 ਸਾਲਾਂ ਦੀ। ਹਾਂਜੀ। ਉਸ ਤੋਂ ਬਾਅਦ ਫਿਰ ਮੰਨਿਆ ਕਿ ਜਿਹੜੇ ਉਸ ਟਾਈਮ ਤੋਂ ਜਵਾਨ ਹੋ ਰਹੇ ਸਨ ਉਹ 2000 ਸਨ ਦੀ ਗੱਲ ਆ ਗਈ, 2005 ਦੀ ਆ ਗਈ, 10 ਸਾਲ ਦਾ ਸਮਾਂ ਫਿਰ ਲੰਘ ਗਿਆ ਤੇ ਪਿਛਲੇ 15 ਸਾਲ ਉਹ ਤੋਂ ਅੱਗੇ ਆ ਗਏ, 16 ਸਾਲ ਹੋਣ ਲੱਗ ਗਿਆ। ਹੁਣ ਫਿਰ ਲੀਡਰਸ਼ਿਪ ਕਿਉਂ ਨਹੀਂ ਉੱਠ ਰਹੀ? ਬੇਸ਼ੱਕ ਜਿਹੜੀ ਦੋ ਨੌਜਵਾਨ ਜਿਹੜੇ ਨੇ ਉਹ ਸਾਡੇ ਚਾਹੇ ਉਹ ਸਿੱਖ ਸਰੂਪ ਚ ਨਹੀਂ ਗਏ ਪਰ ਕਿਤੇ ਨਾ ਕਿਤੇ ਵਿਚਾਰਾਂ ਦੀ ਤਰਜਮਾਨੀ ਕਰਦੇ ਹੋ, ਦੀਪ ਸਿੱਧੂ ਤੇ ਲੱਖਾ ਸਦਾਣਾ। ਤੇ ਜਿਹੜੀ ਕੁੱਲ ਮਿਲਾ ਕੇ ਸਿੱਖ ਲੀਡਰਸ਼ਿਪ ਦਾ ਨਾਂ ਉੱਠਣਾ 25 ਸਾਲ ਬਾਅਦ ਵੀ, ਇਹ ਬੇਸ਼ੱਕ ਆਪਾਂ 1995 ਤੱਕ ਦੀ ਗੱਲ ਕਹਿ ਸਕਦੇ ਹਾਂ ਕਿ ਸਟੇਟ ਨੇ ਸਾਨੂੰ ਇਸ ਤਰੀਕੇ ਨਾਲ ਰਗੜ ਕੇ ਰੱਖਿਆ, ਪਰ 25 ਸਾਲਾਂ ਦਾ ਉੱਤਰ ਜਿਹੜਾ ਵਾ ਉਹ ਤੇ ਫਿਰ ਸਾਨੂੰ ਦੇਣਾ ਪੈਣਾ ਨਾ। ਕੀ ਮੰਨਦੇ ਹੋ? ਉਹਦੇ ਦੋ ਵੱਡੇ ਕਾਰਨ ਨੇ ਜੀ। ਪਿਛਲੇ 25 ਸਾਲਾਂ ਦੇ ਵਿੱਚ ਲਹਿਰ ਕਿਉਂ ਨਹੀਂ ਉੱਠ ਸਕੀ, ਉਹਦੇ ਦੋ ਵੱਡੇ ਕਾਰਨ ਨੇ। ਪਹਿਲਾ ਕਾਰਨ ਹੈ ਜਿਹੜਾ ਉਹ ਹੈਗਾ ਵੀ ਸਟੇਟ ਨੇ ਇੱਕ ਬਹੁਤ ਵੱਡੀ ਸਾਈਕੋਲੋਜੀਕਲ ਟ੍ਰਿਕ ਖੇਡੀ। ਉਹ ਟ੍ਰਿਕ ਕੀ ਸੀ ਵੀ ਜਵਾਨੀ ਦਾ ਜੋਸ਼ ਆ ਜਿਹੜਾ ਉਹਨੂੰ ਗਲਤ ਕੰਮਾਂ ਦੇ ਵਿੱਚ ਪਾਸੇ ਤੋਰਿਆ ਜਾਵੇ। ਉਹਦੇ ਵਿੱਚ ਅਖਾੜਾ ਸੱਭਿਆਚਾਰ, ਨਵੀਂ ਗਾਇਕੀ, ਲੱਚਰ ਗਾਇਕੀ ਤੇ ਫਿਲਮਾਂ ਤੇ ਸੈਟੇਲਾਈਟ TV, ਇਹਨਾਂ ਚੀਜ਼ਾਂ ਨੇ ਬਹੁਤ ਵੱਡਾ ਰੋਲ ਅਦਾ ਕੀਤਾ। ਸੋ ਜਵਾਨੀ ਦਾ ਵਹਿਣ ਹੈ ਜਿਹੜਾ, ਜਵਾਨੀ ਇੱਕ ਦਰਿਆ ਵਾਂਗੂ ਹੁੰਦੀ ਹੈ, ਜਿੱਧਰ ਨੂੰ ਉਹਦਾ ਵਹਿਣ ਹੋ ਜਾਏ ਉਧਰ ਨੂੰ ਵਹਿ ਜਾਂਦੀ ਹੈ। ਸੋ ਉਹਨਾਂ ਨੇ ਬਹੁਤ ਤਰੱਦਦ ਕਰਕੇ, ਬਹੁਤ ਸਕੀਮਾਂ ਲਾ ਕੇ, ਮੇਲੇ ਸ਼ੁਰੂ ਕਰਕੇ ਪੰਜਾਬ ਦੀ ਜਵਾਨੀ ਦਾ ਵਹਿਣ ਹੈ ਜਿਹੜਾ ਉਹ ਸਫਲਤਾਪੂਰਵਕ ਮੋੜਤਾ ਜੀ। ਤੁਸੀਂ ਕਹਿ ਲਓ ਨਸ਼ਿਆਂ ਵੱਲ ਨੂੰ, ਲੱਚਰਤਾ ਵੱਲ ਨੂੰ, ਹੋਰਾਂ ਗੱਲਾਂ ਵੱਲ ਨੂੰ। ਇੱਕ ਕਾਰਨ ਇਹ ਹੈ ਤੇ ਦੂਜਾ ਕਾਰਨ ਜਿਹੜਾ ਉਹ ਇਹਦੇ ਤੋਂ ਵੀ ਭਿਅੰਕਰ ਹੈ, ਉਹ ਇਹ ਹੈ ਕਿ ਉਹਨਾਂ ਨੇ ਜਿਹੜਾ ਸਿੱਖੀ ਭੇਸ ਦੇ ਵਿੱਚ ਕੁਛ ਆਪਣੇ ਏਜੰਟ ਆ ਜਿਹੜੇ ਉਹ ਦੇਸ਼ ਵਿਦੇਸ਼ਾਂ ਦੇ ਵਿੱਚ ਆ ਜਿਹੜੇ ਉਹ ਭਰਤੀ ਕਰਦੇ, ਜਿਹੜੇ ਦੇ ਨਾ ਆਪ ਕੁਛ ਕਰਦੇ ਆ ਤੇ ਨਾ ਕਿਸੇ ਨੂੰ ਕੁਛ ਕਰਨ ਦਿੰਦੇ ਆ। ਉਹਨਾਂ ਨੂੰ ਇਹ ਲੱਗਦਾ ਕਿ ਪੰਥ ਦੀ ਚੌਧਰ ਸਾਡੇ ਕੋਲੇ ਆ। ਜੇ ਸਿੱਖ, ਉਹ ਐਲਾਨੀਆਂ ਇਹ ਕਹਿੰਦੇ ਵੀ ਆ ਵੀ ਜੇ ਸਿੱਖਾਂ ਦੀ ਗੱਲ ਚੱਲੇ ਤਾਂ ਸਾਡੇ ਅਧੀਨ ਹੋ ਕੇ ਚੱਲੇ, ਨਹੀਂ ਤਾਂ ਨਾ ਚੱਲੇ। ਨਹੀਂ ਤਾਂ ਇਹ ਚੱਲੂਗੀ ਗੱਲ ਤਾਂ ਸਾਡੇ ਅੰਡਰ ਚੱਲੂਗੀ, ਨਹੀਂ ਤਾਂ ਫਿਰ ਅਸੀਂ ਕਿਸੇ ਨੂੰ ਉੱਠਣ ਨਹੀਂ ਦੇਣਾ। ਇਹ ਗੱਲ ਉਹ ਆਪਦੇ ਮੂੰਹੋਂ ਇਹ ਗੱਲਾਂ ਕਰਦੇ ਆ। ਸੋ ਇਹੋ ਜਿਹੇ ਗਰੁੱਪ ਆ ਜਿਹੜੇ ਉਹਨਾਂ ਕੋਲੇ ਰਿਸੋਰਸਿਸ ਬਹੁਤ ਜ਼ਿਆਦਾ ਹੁੰਦੇ ਆ ਤੇ ਉਹ ਫਿਰ ਆਪਦੇ ਰਿਸੋਰਸਿਸ ਦੇ ਜ਼ਰੀਏ ਇਹੋ ਜਿਹੇ ਨੈਟਵਰਕ ਆ ਜਿਹੜੇ ਮੀਡੀਆ ਦੇ ਖੜੇ ਕਰ ਲੈਂਦੇ ਆ, ਜਿਨ੍ਹਾਂ ਨਾਲ ਉਹ ਝੂਠ ਦਾ ਪ੍ਰਚਾਰ ਕਰੀ ਜਾਂਦੇ ਆ, ਕਿਸੇ ਵੀ ਨਵੇਂ ਨੌਜਵਾਨ ਨੂੰ ਅੱਗੇ ਨਹੀਂ ਆਉਣ ਦਿੰਦੇ। ਹੁਣ ਇੱਥੇ ਮੈਂ ਦੀਪ ਸਿੱਧੂ ਬਾਰੇ ਹੀ ਦੋ ਗੱਲਾਂ ਕਰਨੀਆਂ ਚਾਹੁੰਦਾ। ਦੀਪ ਸਿੱਧੂ ਨਵਾਂ ਨੌਜਵਾਨ ਜਿਹੜਾ ਉਹ ਪੰਥਕ ਦਰਦ ਦੇ ਵਿੱਚੋਂ ਪੰਥ ਵਾਸਤੇ ਕੁਝ ਕਰਨ ਦੇ ਇਰਾਦੇ ਨਾਲ ਆਇਆ ਤੇ ਅੱਜ ਕੱਲ ਤੁਸੀਂ ਪੰਥਕ ਸਰਕਲਾਂ ਦੇ ਵਿੱਚ ਜਿਹੜੇ ਵੀ ਲੋਕ ਵਿਚਰਦੇ ਆ ਉਹਨਾਂ ਨੂੰ ਇਹ ਗੱਲ ਦਾ ਭਲੀ ਭਾਂਤ ਪਤਾ
ਕਿ ਉਹਦੀਆਂ ਲੱਤਾਂ ਕਿਹਨੇ ਖਿੱਚੀਆਂ? ਆਪਦੇ ਪੰਥਕ ਕਹਾਉਣ ਵਾਲਿਆਂ ਨੇ। ਜਿਹੜੇ ਕਿਸਾਨ ਯੂਨੀਅਨ ਵਾਲੇ ਆ ਉਹ ਦੀਪ ਸਿੱਧੂ ਦਾ ਵਿਰੋਧ ਕਰਦੇ ਆ, ਪਰ ਉਹ ਜ਼ਾਹਰਾ ਤੌਰ ਤੇ ਕਰਦੇ ਆ। ਹਾਂਜੀ, ਅੰਦਰ ਖਾਤੇ ਨਹੀਂ, ਉਹ ਬੋਲ ਕੇ ਕਰਦੇ ਆ, ਸਿੱਧਾ ਨਾਂ ਲੈ ਕੇ ਉਹਦਾ ਵਿਰੋਧ ਕਰਦੇ ਆ। ਇਹ ਉਹਨਾਂ ਦੀ ਗੱਲ ਬਹੁਤ ਮਾੜੀ ਆ, ਨਹੀਂ ਕਰਨਾ ਚਾਹੀਦਾ ਉਹਨਾਂ ਨੂੰ, ਪਰ ਫਿਰ ਵੀ ਇਹ ਉਨੀ ਘਟੀਆ ਗੱਲ ਨਹੀਂ। ਜਿਹੜੇ ਅੰਦਰ ਖਾਤੇ ਵਿਰੋਧ ਕਰਦੇ ਆ, ਉੱਪਰੋਂ ਮਖੌਟੇ ਹੋਰ ਪਾਏ ਹੋਏ ਆ। ਅੰਦਰ ਖਾਤੇ ਦੀਪ ਸਿੱਧੂ ਨੂੰ ਲਗਾਤਾਰ ਉਹਨੂੰ ਅੰਡਰਮਾਈਨ ਕਰ ਰਹੇ ਸੀ, ਅੱਜ ਤੱਕ, ਅੱਜ ਵੀ ਕਰ ਰਹੇ ਆ, ਉਹਦੀ ਗ੍ਰਿਫਤਾਰੀ ਤੋਂ ਬਾਅਦ ਵੀ। ਹੁਣ ਜਿਵੇਂ ਪਿੱਛੇ ਜੇ ਇੱਕ ਸ਼ੋਸ਼ਾ ਛੱਡਿਆ ਗਿਆ ਕੱਲ ਪਰਸੋਂ ਕਿ ਜੀ ਉਹ ਪੇਸ਼ ਹੋਇਆ, ਉਹਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ। ਹੁਣ ਹੋਇਆ ਹੋਵੇ ਪੇਸ਼, ਇਹ ਗੱਲ ਨੂੰ ਕਿਉਂ ਉਭਾਰ ਰਹੇ ਆ ਤੁਸੀਂ? ਇਸ ਕਰਕੇ ਉਹ ਤਾਂ ਗ੍ਰਿਫਤ ਦੇ ਵਿੱਚ ਹੀ ਆ। ਕੋਈ ਡਰ ਰਿਹਾ ਕਿ ਦੀਪ ਸਿੱਧੂ ਦਾ ਅਕਸ ਸਿੱਖਾਂ ਦੇ ਵਿੱਚ, ਨੌਜਵਾਨਾਂ ਦੇ ਵਿੱਚ ਵੱਡਾ ਨਾ ਹੋ ਜੇ, ਕੱਲ ਨੂੰ ਉਹ ਲੀਡਰ ਨਾ ਬਣੇ। ਕੋਈ ਡਰ ਰਿਹਾ, ਉਸ ਡਰ ਦੇ ਵਿੱਚੋਂ ਇਹ ਗੱਲ ਆਈ ਆ। ਨਹੀਂ, ਇਹ ਗੱਲ ਆ ਨਹੀਂ ਸੀ ਸਕਦੀ। ਨਹੀਂ, ਕੌਣ ਇੰਨਾ ਬੇਵਕੂਫ ਅੱਜ ਕੱਲ ਕੌਣ ਆ ਕਿ ਉਹ ਇਹੋ ਜਿਹੀ ਗੱਲ ਆ ਜਿਹੜੀ ਉਹ ਪਬਲਿਕ ਪਲੇਟਫਾਰਮ ਤੇ ਕਰੂਗਾ। ਉਸ ਵੇਲੇ ਜਦੋਂ ਸਾਰੀ ਦੀ ਸਾਰੀ ਦੇਸ਼ ਵਿਦੇਸ਼ ਦੀ ਸੰਗਤ ਆ ਜਿਹੜੀ ਉਹ ਪੁਰਜੋਰ ਵਿਰੋਧ ਕਰ ਰਹੀ ਹੈ ਤੇ ਦੀਪ ਸਿੱਧੂ ਦੇ ਹੱਕ ਦੇ ਵਿੱਚ ਖੜੀ ਹੈ, ਉਸ ਵੇਲੇ ਉਹਨਾਂ ਦੇ ਰੋਹ ਨੂੰ, ਉਹਨਾਂ ਦੇ ਗੁੱਸੇ ਨੂੰ ਢਿੱਲਾ ਪਾਉਣ ਵਾਸਤੇ ਕਿਉਂ ਕੋਈ ਇਹੋ ਜਿਹੀ ਗੱਲ ਕਰੂਗਾ? ਇਹ ਸਵਾਲ ਬਹੁਤ ਸੋਚ। ਅਜਿਹੀ ਆਸ ਤਾਂ ਸਟੇਟ ਤੋਂ ਕੀਤੀ ਜਾ ਸਕਦੀ ਸੀ, ਪਰ ਫਰਜ਼ੀ ਸਮਰਥਕਾਂ ਤੋਂ ਨਹੀਂ। ਹਾਂਜੀ, ਬਿਲਕੁਲ ਬਿਲਕੁਲ। ਹਾਂਜੀ, ਸਟੇਟ ਇਹ ਗੱਲ ਕਹਿੰਦੀ ਤੇ ਸਾਨੂੰ ਸਮਝ ਆਉਂਦੀ ਵੀ ਉਹ ਪੇਸ਼ ਹੋਇਆ, ਪਰ ਉਹ ਤਾਂ ਕਹਿ ਰਿਹਾ ਕਿ ਅਸੀਂ ਗ੍ਰਿਫਤਾਰ ਕੀਤਾ। ਦਿੱਲੀ ਪੁਲਿਸ ਦੇ ਬਿਆਨ 'ਚ ਸਾਫ਼ ਕਿਹਾ ਜਾ ਰਿਹਾ ਕਿ ਦੀਪ ਸਿੱਧੂ ਜਿਹੜਾ, ਉਹਨੂੰ ਗ੍ਰਿਫਤਾਰ ਕੀਤਾ ਗਿਆ। ਉਹਨਾਂ ਬਿਲਕੁਲ ਨਹੀਂ ਕਿਹਾ ਕਿ ਉਹ ਸਰੈਂਡਰ ਵਾਲਾ ਲਫ਼ਜ਼ ਕਿਤੇ ਨਹੀਂ ਸੁਣਿਆ ਪੁਲਿਸ ਦੇ ਮੂੰਹੋਂ। ਹਾਂਜੀ, ਪਰ ਜਿਹੜੇ ਫਰਜ਼ੀ ਸਮਰਥਕ ਨੇ ਉਹ ਕਹਿ ਰਿਹਾ ਕਿ ਦੀਪ ਸਿੱਧੂ ਜਿਹੜਾ ਉਹ ਪੇਸ਼ ਹੋਇਆ। ਇਹ ਕੋਈ ਗੱਲ ਜੱਚਦੀ ਨਹੀਂ। ਏਦਾਂ ਦੀਆਂ ਗੱਲਾਂ, ਹਲਕੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ। ਸਮਾਂ ਤੁਹਾਨੂੰ ਵੇਖ ਰਿਹਾ। ਇਹ ਜਿਹੜਾ ਵਾ, ਇਸ ਤਰੀਕੇ ਨਾਲ ਜੇ ਤਾਂ ਕਿਸੇ ਨੇ ਹਮਾਇਤ ਕਰਨੀ ਤਾਂ ਖੁੱਲੀ ਕਰੋ। ਏਦਾਂ ਇਸ ਤਰੀਕੇ ਨਾਲ ਘੁੰਡ ਕੱਢ ਕੇ ਨਹੀਂ ਨੱਚਿਆ ਜਾਂਦਾ ਬਿਲਕੁਲ। ਜਾਂ ਤਾਂ ਅਗਲੇ ਦੇ ਹੱਕ 'ਚ ਆ ਜਾਓ ਜਾਂ ਉਲਟ ਹੋ ਜਾਓ। ਦੋ ਹੀ ਗੱਲਾਂ ਹੁੰਦੀਆਂ। ਹਾਂਜੀ। ਸੋ ਇਸ ਵਿੱਚ ਤੁਸੀਂ ਦੇਖੋ, ਕਦੇ ਕੋਈ ਕਹਿ ਰਿਹਾ ਉਹ ਪੇਸ਼ ਹੋ ਰਿਹਾ, ਕੋਈ ਕਹਿ ਰਿਹਾ ਉਹਦਾ ਰੰਗ ਪੀਲਾ ਹੋਇਆ ਪਿਆ ਸੀ, ਉਹ ਘਬਰਾਇਆ ਹੋਇਆ, ਉਹ ਬਹੁਤ ਪਰੇਸ਼ਾਨੀ 'ਚ ਸੀ। ਹੁਣ ਇਹ ਸਾਰੀਆਂ ਗੱਲਾਂ ਜਿਹੜੀਆਂ ਉਹ ਇੱਕ ਗਰੁੱਪ ਸਿਸਟਮੈਟਿਕਲੀ ਲੱਗਿਆ ਹੋਇਆ ਡੈਮੇਜ ਕਰਨ ਵਾਸਤੇ ਵੀ, ਟੇਢੇ ਢੰਗਰਾਂ, ਕਿਉਂਕਿ ਸਿੱਧਾ ਬੋਲ ਨਹੀਂ ਸਕਦੇ। ਸਿੱਧਾ ਬੋਲਣ ਲੋਕਾਂ ਦੀਆਂ ਜੁੱਤੀਆਂ ਖਾਣਗੇ। ਤੋ ਇਹ ਬਹੁਤ ਵੱਡੀ ਸਮੱਸਿਆ ਹੈ। ਇਸ ਗੱਲ ਨੇ ਸਿੱਖਾਂ ਦੀ ਲੀਡਰਸ਼ਿਪ ਨਹੀਂ ਉੱਭਰਨ ਦਿੱਤੀ। ਇਸ ਗੱਲ ਨੇ ਸਿੱਖਾਂ ਦਾ ਕੁਝ ਬਣਨ ਨਹੀਂ ਦਿੱਤਾ ਹਜੇ ਤੱਕ। ਇਹਨੂੰ ਬਹੁਤ ਸੀਰੀਅਸਲੀ ਲੈਣਾ ਚਾਹੀਦਾ। ਹੁਣ ਜਦੋਂ ਸਾਰੇ ਲੋਕ ਆ ਜਿਹੜੇ ਉਹ ਇੱਕ ਆਪਣੇ ਨੌਜਵਾਨ ਦੇ ਹੱਕ ਦੇ ਵਿੱਚ ਖੜੇ ਆ, ਉਦੋਂ ਉਹਦੇ ਸੰਬੰਧੀ ਇਹੋ ਜਿਹੀਆਂ ਗੱਲਾਂ ਕਰਨੀਆਂ ਜਿਹੜੀਆਂ ਉਹ ਕੁਦਰਤੀ ਤੌਰ ਤੇ ਸ਼ੱਕ ਪੈਦਾ ਕਰਦੀਆਂ ਨੇ। ਜੀ। ਅੱਛਾ, ਇੱਕ ਗੱਲ ਆਪਾਂ ਕਰ ਲਈ ਆ ਕਿ ਸਿੱਖ ਲੀਡਰਸ਼ਿਪ ਨੂੰ ਕਿਵੇਂ ਡੀਰੇਲ ਕੀਤਾ ਗਿਆ। ਸਟੇਟ ਨੇ ਇਸ ਤਰੀਕੇ ਦਬਲਿਆ ਤੇ ਉੱਠਣ ਨਹੀਂ ਦਿੱਤਾ ਗਿਆ। ਪਰ ਹੁਣ ਗੱਲ ਕਰੀਏ ਕਿ ਜੇ ਕਾਮਰੇਡ ਉੱਠੇ ਆ ਤੇ ਉਹਨਾਂ ਦੇ ਉੱਠਣ ਪਿੱਛੇ ਕਾਰਨ ਕੀ ਆ? ਉਹਨਾਂ ਨੂੰ ਫਿਰ ਕਿਹੜੀ ਗੱਲ ਸੂਤ ਬਹਿ ਗਈ ਕਿ ਕਾਮਰੇਡ ਉੱਠ ਪਏ? ਦੇਖੋ ਜੀ, ਕਾਮਰੇਡਾਂ ਨੂੰ ਸਟੇਟ ਉਹਨਾਂ ਦੀ ਪਸ਼ਤ ਬਣਾਈ ਕਰ ਰਹੀ ਹੈ 84 ਤੋਂ ਲੈ ਕੇ। 84 ਤੋਂ ਪਹਿਲਾਂ ਉਹਨਾਂ ਦਾ ਥੋੜਾ ਬਹੁਤਾ ਪੰਗਾ ਰਿਹਾ, ਪਰ 84 ਵੇਲੇ ਤੋਂ ਲੈ ਕੇ ਸਟੇਟ ਉਹਨਾਂ ਦੇ ਪੂਰਾ ਨਾਲ ਆ। ਉਹਨਾਂ ਨੂੰ ਚੱਕ ਰਹੀ ਆ, ਉਹਨਾਂ ਨੂੰ ਰਿਸੋਰਸ ਪ੍ਰੋਵਾਈਡ ਕਰ ਰਹੀ ਆ ਤੇ ਉਹਨਾਂ ਦਾ ਟ੍ਰੀਟਮੈਂਟ ਵੀ ਵੱਖਰੀ ਤਰੀਕੇ ਨਾਲ ਹੁੰਦਾ। ਜਿਵੇਂ ਸਿੱਖਾਂ ਦੇ ਹਰ ਧਰਨੇ ਦੇ ਵਿੱਚ ਸਟੇਟ ਵੱਲੋਂ ਆ ਜਿਹੜਾ ਉਹ ਕਿਸੇ ਨਾ ਕਿਸੇ ਸਿੱਖ ਦਾ ਕਤਲ ਕੀਤਾ ਜਾਂਦਾ, ਇੱਕ ਜਾਂ ਇੱਕ ਤੋਂ ਵੱਧ। ਥੋੜੀ ਹੁੰਦਾ, ਠੀਕ ਹੈ ਨਾ। ਇਹਦਾ ਧਰਨਾ ਤੀਜੇ ਦਿਨ ਲਾਈ ਰੱਖਦੇ ਆ ਕਿਤੇ ਨਾ ਕਿਤੇ। ਤੋ ਉਹ ਸਟੇਟ ਦੀ ਪੁਸ਼ਤ ਬਣਾਈ ਆ ਜਿਹੜੀ, ਕਿਉਂਕਿ ਸਟੇਟ ਦੇ ਨਾਲ ਹੀ ਗੇਮ ਸਟੇਟ ਦੀ ਇਹ ਖੇਡ ਰਹੇ ਆ, ਅੱਜ ਵੀ ਖੇਡ ਰਹੇ ਆ। ਕਿਸੇ ਸਮਝਣਾ ਤਾਂ ਉਹ ਸਮਝ ਸਕਦਾ, ਜਿਹਨੇ ਨਹੀਂ ਸਮਝਣਾ ਉਹ ਨਹੀਂ ਸਮਝੂਗਾ। ਮੈਂ 5 ਦਸੰਬਰ ਨੂੰ ਉਹ ਪ੍ਰੋਗਰਾਮ ਹੋਇਆ ਸੀਗਾ ਜਿਹਦੇ 'ਚ ਮੈਂ ਕਿਹਾ ਸੀਗਾ ਵੀ ਇਸ ਮੋਰਚੇ ਨੂੰ ਸਭ ਤੋਂ ਵੱਡਾ ਖਤਰਾ ਜਿਹੜਾ ਉਹ ਯੂਨੀਅਨਾਂ ਦੇ ਆਗੂਆਂ ਤੋਂ ਆ। ਉਸ ਵੇਲੇ ਕਈ ਬੰਦੇ ਨਹੀਂ ਚੰਗੀ ਲੱਗੀ ਗੱਲ, ਕਈ ਬੰਦਿਆਂ ਨੂੰ ਲੱਗਿਆ ਵੀ ਮੈਂ ਫੁੱਟ ਪਾਉਣ ਵਾਲੀ ਗੱਲ ਕਰ ਰਿਹਾ, ਪਰ 2 ਮਹੀਨੇ ਬਾਅਦ ਆ ਜਿਹੜੀ ਉਹ ਸੱਚਾਈ ਸਾਹਮਣੇ ਆ ਗਈ। ਹੁਣ ਉਹਨਾਂ ਦੇ ਜਿਹੜੇ 2 ਮਹੀਨੇ ਪਹਿਲਾਂ ਉਹਨਾਂ ਦੇ ਕੱਟੜ ਸਮਰਥਕ ਸੀਗੇ ਉਹ ਵੀ ਮੰਨਣ ਲੱਗੇ। ਉਹਨਾਂ 'ਚ ਬਹੁਤ ਵੱਡੀ ਗਿਣਤੀ 'ਚ ਇਹ ਮੰਨਣ ਲੱਗੇ ਵੀ ਨਹੀਂ, ਕੁਛ ਤਾਂ ਗਲਤ ਹੈ, ਗਲਤ ਚੱਲ ਰਹੇ ਆ। ਹਾਂਜੀ। ਤਕਰੀਬਨ ਆਪਾਂ ਗੱਲਬਾਤ ਜਿਹੜੀ ਸੀ ਉਹ ਕਰਨੀ ਆ, ਉਹ ਕਰ ਚੁੱਕੇ ਆ। ਭਵਿੱਖ ਦੀ ਰਣਨੀਤੀ ਬਾਰੇ ਗੱਲਾਂ ਹੋਈਆਂ ਤੇ ਹੁਣ ਜਿਹੜੀਆਂ ਚੱਲ ਰਹੀਆਂ ਘਟਨਾਵਾਂ ਉਹਨਾਂ ਤੇ ਬਾਜ਼ ਅੱਖ ਰੱਖਣ ਦੀ ਗੱਲ ਕੀਤੀ ਗਈ। ਹੱਕ ਸੱਚ ਦੀ ਗੱਲ ਕਰਨੀ ਚਾਹੀਦੀ ਹੈ। ਇਸ ਚੀਜ਼ ਦਾ ਅਸੀਂ ਸੱਦਾ ਦਿੰਦੇ ਹਾਂ ਤੇ ਜਿੰਨੇ ਯੋਗ ਆ ਅਸੀਂ ਉਹ ਲਗਾਤਾਰ ਕਰ ਰਹੇ ਹਾਂ। ਸੋ ਤੁਹਾਨੂੰ ਜਿਹੜੀਆਂ ਆਪਣੀਆਂ ਸਮਾਜਿਕ ਮਾਧਿਅਮ ਦੀਆਂ
ਜਿਹੜੇ ਤੁਹਾਡੇ ਕੋਲ ਸਾਧਨ ਨੇ, ਚਾਹੇ ਉਹ ਟਵਿੱਟਰ ਹੋਵੇ, ਫੇਸਬੁੱਕ ਹੋਵੇ, ਇੰਸਟਾਗ੍ਰਾਮ ਹੋਵੇ, ਜਾਂ ਇਸ ਤੋਂ ਅਲੱਗਾ YouTube ਹੋਵੇ, ਉਹਦੇ ਰਾਹੀਂ ਤੁਸੀਂ ਹੱਕ ਸੱਚ ਦੀ ਗੱਲ ਕਰੋ, ਕਿਸਾਨ ਸੰਘਰਸ਼ ਦੀ ਗੱਲ ਕਰੋ, ਦੀਪ ਸਿੱਧੂ ਦੀ ਗ੍ਰਿਫਤਾਰੀ ਦਾ ਵਿਰੋਧ ਕਰੋ। 128 ਕਿਸਾਨ ਜਿਹੜੇ ਗ੍ਰਿਫਤਾਰ ਕੀਤੇ ਗਏ ਆ, ਉਹਨਾਂ ਦੀ ਗ੍ਰਿਫਤਾਰੀ ਦਾ ਵਿਰੋਧ ਕਰੋ। ਇਸ ਦੇ ਨਾਲ ਹੀ ਹੋਰ ਸਰਦਾਰ ਪ੍ਰਭ ਸ਼ਰਨਵੀਰ ਸਿੰਘ ਜੀ, ਹੋਰ ਗੱਲ ਵੀ ਆ ਰਹੀ ਆ ਕਿ ਥਾਵਾਂ ਥਾਵਾਂ ਤੇ ਦਿੱਲੀ ਸਰਕਾਰ ਵੱਲੋਂ ਕਿਸਾਨਾਂ ਨੂੰ ਨੋਟਿਸ ਕੱਢੇ ਜਾ ਰਹੇ ਆ, ਤੇ ਉਸ ਬਾਰੇ ਵੀ ਆਪਾਂ ਥੋੜਾ ਰੋਕ ਕੇ ਪੋਸਟਾਂ ਪਾਵਾਂਗੇ ਜਾਂ ਗੱਲਬਾਤ ਕਰਾਂਗੇ। ਸੋ ਇੱਥੇ ਆਪਾਂ ਗੱਲਬਾਤ ਨੂੰ ਨਿਬੇੜਦੇ ਹਾਂ। ਤੁਸੀਂ ਆਪਣਾ ਸਮਾਂ ਕੱਢਿਆ। ਇੱਕ ਸਵਾਲ ਆਇਆ ਸੀ ਜੀ, ਕਿਹੜਾ ਹੈਸ਼ਟੈਗ ਵਰਤਿਆ ਜਾਵੇ? ਮੈਂ ਦੱਸ ਦਿਆਂ ਕਿ ਜਿਹੜਾ ਮਕਬੂਲ ਹੋਇਆ ਹੈਸ਼ਟੈਗ ਹੈ ਕੱਲ ਤੋਂ, ਉਹ ਹੈ I stand with ਦੀਪ ਸਿੱਧੂ। ਇਸ ਨੂੰ ਤੁਸੀਂ ਵਰਤ ਸਕਦੇ ਹੋ। ਹੋਰ ਵੀ ਚੱਲ ਰਹੇ ਆ, ਉਹ ਵੀ ਵਰਤਣੇ ਚਾਹੀਦੇ, ਜਿਹੜੇ ਸਹੀ ਲੱਗਦੇ ਆ, ਪਰ ਇਹ ਮਕਬੂਲ ਆ। ਸੋ ਇੱਥੇ ਆਪਾਂ ਗੱਲਬਾਤ ਨੂੰ ਸਮਾਪਤੀ ਵੱਲ ਤੋਰੀਏ ਜੀ। ਤੁਸੀਂ ਗੱਲਬਾਤ ਕੀਤੀ, ਤੁਹਾਡਾ ਬਹੁਤ ਧੰਨਵਾਦ। ਆਓ ਸਾਂਝੇ ਰੂਪ ਵਿੱਚ ਫਤਿਹ ਗਜਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਇਹ ਜਿਹੜੀ ਗੱਲਬਾਤ ਆ ਤੁਸੀਂ ਸਰਦਾਰ ਪ੍ਰਭ ਸ਼ਰਨਵੀਰ ਸਿੰਘ ਹੁਣਾਂ ਨਾਲ ਸੁਣੀ। ਤੁਹਾਨੂੰ ਇਹ ਗੱਲਬਾਤ ਕਿਵੇਂ ਦੀ ਲੱਗੀ? ਤੁਸੀਂ ਆਪਣੇ ਜਿਹੜੇ ਵਿਚਾਰ ਨੇ ਉਹ ਕਮੈਂਟਸ ਦੇ ਰਾਹੀਂ ਰੱਖ ਸਕਦੇ ਹੋ। ਤੇ ਇਸ ਦੇ ਨਾਲ ਹੀ ਮੈਂ ਇੰਸਟਾਗ੍ਰਾਮ ਤੋਂ ਦੂਸਰੇ ਫੋਨ ਦੇ ਰਾਹੀਂ ਲਾਈਵ ਵੀ ਫੇਸਬੁੱਕ ਤੇ ਕਰ ਰਿਹਾ ਸਾਂ। ਤੇ ਜੁੜੇ ਰਹਿਣ ਦੇ ਲਈ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ। ਤੇ ਅਗਾਂਹ ਤੋਂ ਵੀ ਆਪਾਂ ਜਿਹੜੀਆਂ ਗੱਲਾਂ ਜਿਹੜੀਆਂ ਵਾ ਲੋਕਾਂ ਦੇ ਵਿਚਾਲੇ ਲੈ ਕੇ ਆਵਾਂਗੇ, ਤੁਹਾਡੇ ਵਿੱਚ ਰੱਖਦੇ ਰਵਾਂਗੇ। ਤੇ ਤੁਸੀਂ ਇਸੇ ਤਰ੍ਹਾਂ ਸਾਡਾ ਸਹਿਯੋਗ ਜਿਹੜਾ ਵੇਖਣ ਰੂਪ 'ਚ ਹੀ ਕਰਨਾ, ਹੋਰ ਤੇ ਕੋਈ ਤੁਸੀਂ ਸਮਝਦੇ ਹੋ। ਕਿਉਂਕਿ ਇਸ ਗੱਲ ਨੂੰ ਸਹਿਯੋਗ ਕਿਵੇਂ ਕਰਨਾ ਕਿ ਆਪਣੇ ਮਿੱਤਰਾਂ ਤੱਕ ਜਾਂ ਤੁਹਾਡੇ ਜਿਹੜੇ ਫਰੈਂਡ ਸਰਕਲਸ ਨੇ, ਫੈਮਿਲੀ ਆ, ਉਹ ਸਾਰੇ ਆਪਣੇ ਨੇੜੂ ਬੰਦਿਆਂ ਤੱਕ, ਤੁਸੀਂ ਭੈਣ ਭਰਾਵਾਂ ਤੱਕ ਇਹ ਗੱਲ ਨੂੰ ਸਾਂਝਾ ਕਰੋ। ਇੱਥੇ ਜਿਹੜਾ ਸ਼ੇਅਰ ਵਾਲਾ ਬਟਨ ਆਉਂਦਾ ਸਾਈਡ ਜੀ ਤੋਂ, ਤੁਸੀਂ ਉਹਨਾਂ ਨੂੰ ਇਨਬਾਕਸ ਭੇਜ ਸਕਦੇ ਹੋ ਜਾਂ ਥੱਲੇ ਮੈਂਸ਼ਨ ਕਰ ਸਕਦੇ ਹੋ। ਤੇ ਇਸ ਤਰੀਕੇ ਨਾਲ ਇਹ ਜਿਹੜੀ ਸਾਡੀ ਗੱਲ ਆ ਹੋਰ ਵੀ ਲੋਕਾਂ ਤੱਕ ਪਹੁੰਚਦੀ ਆ। ਜਿਹੜੇ ਇਸ ਗੱਲਬਾਤ ਦਾ ਹਿੱਸਾ ਨਹੀਂ ਸਨ ਬਣੇ, ਉਹ ਸਾਡਾ ਇਸ ਰੂਪ 'ਚ ਹਿੱਸਾ ਬਣ ਸਕਦੇ ਆ। ਤੁਹਾਡਾ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।